ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਾਗ ਭੈਰੋ, ਮਹਲਾ ਤੀਜਾ। ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਇਹ ਬਾਣੀ ਹਜ਼ੂਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ। ਜਿੰਨੇ ਵੀ ਸੰਤ ਮਹਾਤਮਾ ਇਸ ਸੰਸਾਰ ਦੇ ਵਿੱਚ ਆਏ ਨੇ, ਸਾਰੇ ਹੀ ਸਾਨੂੰ ਇੱਕੋ ਹੀ ਸੰਦੇਸ਼ ਦਿੰਦੇ ਨੇ ਕਿ ਜੇ ਅਸੀਂ ਉਸ ਪ੍ਰਭੂ ਨੂੰ ਮਿਲਣਾ ਚਾਹੁੰਦੇ ਹਾਂ, ਉਸ ਪਰਮੇਸ਼ਵਰ ਨੂੰ, ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਤੇ ਉਹਦੇ ਵਾਸਤੇ ਸਾਨੂੰ ਗੁਰੂ ਦੀ ਜ਼ਰੂਰਤ ਪੈਂਦੀ ਹੈ। ਕਾਹਦੇ ਵਾਸਤੇ? ਕਿ ਗੁਰੂ ਸਾਡਾ ਮਾਰਗਦਰਸ਼ਨ ਕਰਦਾ ਹੈ ਕਿ ਕਿਹੜੀਆਂ ਕਿਹੜੀਆਂ ਰੁਕਾਵਟਾਂ ਆਉਂਦੀਆਂ ਨੇ ਮਿਲਣ ਦੇ ਵਿੱਚ, ਤੇ ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਵਿੱਚ ਇੱਕ ਗੁਰੂ ਹੀ ਸਹਾਇਕ ਹੁੰਦਾ ਹੈ। ਆਪਣੇ ਆਪਣੇ ਦਿਮਾਗ ਦੇ ਨਾਲ ਅਸੀਂ ਕਈ ਵਾਰੀ ਸਾਰੀ ਉਮਰ ਚੱਲਦੇ ਰਹਿੰਦੇ ਹਾਂ, ਲੇਕਿਨ ਪਤਾ ਕੁਛ ਨਹੀਂ ਚੱਲਦਾ ਇੱਥੇ ਕਿ ਸਾਰੀਆਂ ਸਿਆਣਪਾਂ ਧਰੀਆਂ ਰਹਿ ਜਾਂਦੀਆਂ ਨੇ, ਔਰ ਫਿਰ ਅਸੀਂ ਉਸੇ 84 ਦੇ ਚੱਕਰ ਦੇ ਵਿੱਚ ਹੀ ਗੇੜੇ ਖਾਂਦੇ ਰਹਿੰਦੇ ਹਾਂ। ਔਰ ਦੁੱਖ ਸੁੱਖ ਉਸੇ ਤਰ੍ਹਾਂ ਹੀ ਬਿਲਕੁਲ ਨਿਰੰਤਰ ਚੱਲਦਾ ਰਹਿੰਦਾ ਹੈ, ਚਾਹੇ ਜੂਨਾਂ ਬਦਲਦੀਆਂ ਨੇ, ਪਰ ਉਹ ਜਿਹੜੀ ਚੀਜ਼ ਨਹੀਂ ਬਦਲਦੀ। ਹੁਣ ਫਰਮਾਉਂਦੇ ਨੇ ਕਿ ਅਸੀਂ ਮਾਲਕ ਨੂੰ ਸਾਰੇ ਹੀ ਮਿਲਣਾ ਚਾਹੁੰਦੇ ਹਾਂ। ਜਦੋਂ ਅਸੀਂ ਮਨ 'ਚ ਚਾਹ ਵੀ ਰੱਖਦੇ ਹਾਂ ਕਿ ਅਸੀਂ ਉਸ ਪ੍ਰਭੂ ਨੂੰ ਮਿਲੀਏ, ਉਹਦੇ ਦਰਸ਼ਨ ਕਰੀਏ, ਉਹਦੇ ਨਾਲ ਇੱਕ ਹੋ ਜਾਈਏ, ਤੇ ਫਿਰ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ ਕਿ ਉਹਨੂੰ ਜਾਣ ਲੈਣਾ। ਜਿਹਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ, ਉਹਦੇ ਬਾਰੇ ਜਾਣਕਾਰੀ ਅਸੀਂ ਲੈਣੀ ਹੈ। ਜਿਸ ਤਰ੍ਹਾਂ ਬਾਹਰੋਂ ਅਸੀਂ ਕਿਸੇ ਜਗ੍ਹਾ 'ਤੇ ਜਾਣਾ ਹੋਵੇ, ਜਿਹਦੇ ਕੋਲ ਜਿੱਥੇ ਜਾਣਾ ਹੋਵੇ, ਪਹਿਲਾਂ ਪੂਰੀ ਜਾਣਕਾਰੀ ਲਈਦੀ ਹੈ ਕਿ ਉਹ ਕਿੱਥੇ ਰਹਿੰਦਾ ਹੈ, ਕਿਸ ਤਰ੍ਹਾਂ ਦਾ ਉਹਦਾ ਸ਼ਹਿਰ ਹੈ, ਕਿਸ ਤਰ੍ਹਾਂ ਦਾ ਉੱਥੇ ਲੋਕ ਨੇ, ਕਿਸ ਤਰ੍ਹਾਂ ਦਾ ਉੱਥੇ ਹਿਸਾਬ ਚੱਲਦਾ ਹੈ, ਕਿਹੜੀ ਕਰੰਸੀ ਉੱਥੇ ਚੱਲਦੀ, ਹਰ ਇੱਕ ਚੀਜ਼ ਜਿਹੜੀ ਅਸੀਂ ਉਹਨੂੰ ਲੈ ਕੇ ਚੱਲਦੇ ਹਾਂ। ਹੁਣ ਰਿਸ਼ਤੇਦਾਰ ਬਾਹਰ ਰਹਿੰਦੇ ਨੇ, ਕਿਤੇ ਦੂਰ ਦਰਾਡੇ, ਕਿਤੇ ਦੂਸਰੇ ਦੇਸ਼ਾਂ ਦੇ ਵਿੱਚ, ਤੇ ਅਸੀਂ ਉਹਦੇ ਹਿਸਾਬ ਨਾਲ ਪੂਰੀ ਤਿਆਰੀ ਕਰਦੇ ਹਾਂ। ਇਸੇ ਤਰ੍ਹਾਂ ਹੀ ਇਹ ਉਸ ਮਾਲਕ ਨੂੰ ਪਾਉਣ ਵਾਸਤੇ, ਉਹਦੇ ਨਾਲ ਇੱਕ ਹੋਣ ਵਾਸਤੇ, ਇੱਥੇ ਵੀ ਸਾਨੂੰ ਉਸ ਤਿਆਰੀ ਦੀ ਲੋੜ ਹੈ। ਸਭ ਕੁਝ ਹੁੰਦਿਆਂ ਹੋਇਆਂ ਵੀ ਜਿਹੜੀ ਰੁਕਾਵਟ ਕਾਹਦੀ ਹੈ, ਉਹ ਕਹਿੰਦੀ ਹੈ ਹਉਮੈ ਦੀ। ਕੋਈ ਨਾ ਕੋਈ ਸਾਡੇ ਅੰਦਰ ਹਉਮੈ, ਅਹੰਕਾਰ ਜਿਹੜਾ ਆ, ਉਹ ਹਮੇਸ਼ਾ ਹੀ ਕੋਈ ਨਾ ਕੋਈ ਬਣਿਆ ਹੀ ਰਹਿੰਦਾ ਹੈ। ਕਿ ਇਹ ਸਭ ਝੂਠੀਆਂ ਚੀਜ਼ਾਂ। ਗੀਤਾ 'ਚ ਵੀ ਉਹਨਾਂ ਨੇ ਫਰਮਾਇਆ ਕਿ ਅਸੀਂ ਕੀ ਲੈ ਕੇ ਆਏ ਸੀ, ਕੀ ਲੈ ਕੇ ਇੱਥੋਂ ਜਾਣਾ ਹੈ, ਪਰ ਫਿਰ ਵੀ ਇੱਥੇ ਆਣ ਕੇ ਇੰਨੀਆਂ ਪਕੜਾਂ ਜਕੜਾਂ ਹੋ ਜਾਂਦੀਆਂ ਨੇ ਕਿ ਹਰ ਇੱਕ ਗੱਲ ਦੇ ਵਿੱਚ ਕੋਈ ਨਾ ਕੋਈ ਹਉਮੈ ਜਿਹੜੀ ਹੈ ਸਾਡੀ ਬਣ ਜਾਂਦੀ ਹੈ। ਹੁਣ ਜਦੋਂ ਅਸੀਂ ਉਸ ਮਾਲਕ ਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉਹ ਮਾਲਕ ਜਿਹੜਾ ਆ, ਉਹਦਾ ਨਾ ਤਾਂ ਕੋਈ ਜਾਤ ਹੈ, ਨਾ ਉਹਦੀ ਕੋਈ ਪਾਤ, ਨਾ ਕੋਈ ਮਜ਼ਹਬ, ਨਾ ਕੋਈ ਕੌਮ, ਨਾ ਕੋਈ ਉਹਦਾ ਕੋਈ ਆਪਣਾ ਵੱਖਰਾ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਉਹ ਇੰਡੀਆ 'ਚ ਰਹਿੰਦਾ ਹੈ, ਜਾਂ ਕੋਈ ਉਹ ਪਾਕਿਸਤਾਨ ਜਾਂ ਅਮਰੀਕਾ ਦੇ ਵਿੱਚ, ਜਾਂ ਕੋਈ ਉਹਦਾ ਕੋਈ ਦੇਸ਼ ਹੈ, ਕਿ ਬਾਹਰਲੇ ਇਹਨਾਂ ਦੇਸ਼ਾਂ ਦੀ ਕੋਈ ਗੱਲ ਹੈ, ਜਾਂ ਕੋਈ ਰੰਗ ਰੂਪ ਦੀ ਗੱਲ ਹੈ, ਕਿ ਜਾਂ ਉਹ ਗੋਰਾ ਹੈ, ਉਹ ਚਿੱਟਾ ਹੈ, ਜਾਂ ਉਹ ਕਾਲਾ ਹੈ, ਕੁਛ ਇਹੋ ਜਿਹੀ ਕੋਈ ਗੱਲ ਨਹੀਂ। ਜਦੋਂ ਅਸੀਂ ਉਸ ਮਾਲਕ ਬਾਰੇ ਗੱਲ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕੋ ਹੀ ਖਿਆਲ ਆਉਂਦਾ ਹੈ ਕਿ ਉਹ ਮਾਲਕ ਇੱਕ ਹੀ, ਉਹਨੇ ਹੀ ਸਾਰੀ ਦੁਨੀਆ ਨੂੰ ਪੈਦਾ ਕੀਤਾ ਹੈ, ਉਹਨੇ ਹੀ ਅਲੱਗ-ਅਲੱਗ ਦੇਸ਼ ਕਹਿ ਲਓ, ਜਿਹੜੀਆਂ ਸਾਡੇ ਮਨੁੱਖ ਕਹਿ ਲਈਏ, ਜਾਂ 84 ਦੇ ਜਿੰਨੇ ਵੀ ਜੀਵ ਨੇ, ਸਭ ਉਹਨੇ ਪੈਦਾ ਕੀਤੇ। ਜਦੋਂ ਮਾਲਕ ਇੱਕ ਹੈ
ਤੇ ਫਿਰ ਮਾਲਕ ਦੇ ਬਣਾਏ ਜਿਹੜੇ ਅੱਗੇ ਜਿਹੜੇ ਬੰਦੇ ਨੇ ਉਹ ਕਿੱਦਾਂ ਵੱਖੋ ਵੱਖਰੇ ਹੋ ਸਕਦੇ ਨੇ? ਜੇ ਉਹਦੀ ਕੋਈ ਜਾਤ ਨਹੀਂ ਹੈਗੀ ਤੇ ਸਾਡੀਆਂ ਕੀ ਜਾਤਾਂ ਪਾਤਾਂ ਹੋ ਸਕਦੀਆਂ ਨੇ? ਜੇ ਉਹ ਕਿਸੇ ਰੰਗ ਦਾ ਮੁਹਤਾਜ ਨਹੀਂ ਕਿਸੇ ਦਾ, ਤੇ ਸਾਡੇ ਰੰਗ ਰੂਪ ਇੱਥੇ ਜਿਹੜੇ ਆ ਉਹ ਕੀ ਕਰਨਗੇ ਉੱਥੇ? ਇਸ ਕਰਕੇ ਉਹਨੇ ਫਰਮਾਇਆ ਕਿ ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਕਿਉਂਕਿ ਕੋਈ ਸਮਾਂ ਸੀ ਕਿ ਉਹ ਬਹੁਤ ਜ਼ਿਆਦਾ ਹੀ ਊਚ ਨੀਚ ਜਾਤ ਪਾਤ ਦਾ ਜਿਹੜਾ ਬੋਲਬਾਲਾ ਸੀ। ਇਹ ਨਹੀਂ ਕਿ ਕੋਈ ਹੁਣ ਨਹੀਂ ਹੈਗਾ, ਹੁਣ ਵੀ ਹੈਗਾ ਹੈ। ਇਹ ਜਿਹੜੇ ਵਿਕਾਰ ਚੱਲਦੇ ਹੀ ਰਹਿੰਦੇ ਨੇ, ਲੇਕਿਨ ਸਮੇਂ ਦੇ ਨਾਲ ਜਦੋਂ ਸਾਨੂੰ ਕੋਈ ਸਿੱਖਿਆ ਮਿਲਦੀ ਹੈ, ਸਾਨੂੰ ਪਤਾ ਲੱਗਦਾ ਸੀ, ਸਾਨੂੰ ਜਦੋਂ ਗਿਆਨ ਪ੍ਰਾਪਤ ਹੁੰਦਾ ਹੈ ਤੇ ਸਾਡੇ ਕਈ ਜਿਹੜੇ ਆ ਬੰਧਨ ਜਿਹੜੇ ਨੇ ਟੁੱਟਦੇ ਨੇ। ਪਤਾ ਲੱਗ ਜਾਂਦਾ ਹੈ, ਆਪਣੇ ਆਪ ਨਾਲ ਅਸਲੀ ਰੂਪ ਪਤਾ ਲੱਗ ਜਾਂਦਾ ਹੈ ਕਿ ਅਸੀਂ ਹੈ ਕੀ ਹੈ। ਕੋਈ ਸਮਾਂ ਹੁੰਦਾ ਸੀ ਸਾਡੇ ਵੀ ਇਸ ਦੇਸ਼ ਦੇ ਵਿੱਚ ਕਹਿੰਦੇ ਸੀ ਕਿ ਸਿਰਫ ਗਿਆਨ ਪ੍ਰਾਪਤ ਕਰਨ ਦਾ ਹੱਕ ਕਿਹਨੂੰ ਸੀ? ਬ੍ਰਾਹਮਣਾਂ ਨੂੰ। ਪੂਜਾ ਪਾਠ ਕਰਨ ਦਾ ਹੱਕ ਕਿਹਨੂੰ ਸੀ? ਬ੍ਰਾਹਮਣਾਂ ਨੂੰ। ਮੰਦਰ ਮਸਜਿਦ ਕੋਈ ਐਸੇ ਮੰਦਰ ਸੀ ਜਿੱਥੇ ਜਿਹੜੇ ਨੀਚ ਜਾਤੀ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਨੂੰ ਕਹਿੰਦੇ ਕਿ ਜਾਣ ਦਾ ਅੰਦਰ ਦਾ ਹੁਕਮ ਹੀ ਨਹੀਂ ਸੀ। ਉਹ ਕਹਿੰਦੇ ਕਿ ਅਸੀਂ ਕਾਹਦੇ ਨਾਲ ਅਸੀਂ ਬ੍ਰਾਹਮਣ ਬਣ ਗਏ, ਜਦੋਂ ਸਾਰੀ ਰਚਨਾ ਹੀ ਉਸ ਬ੍ਰਹਮ ਦੀ ਪੈਦਾ ਕੀਤੀ ਹੈ, ਤੇ ਅਸੀਂ ਇਕੱਲੇ ਬ੍ਰਾਹਮਣ ਕਿਸ ਤਰ੍ਹਾਂ ਹੋ ਗਏ? ਇਹਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਿਹਨੇ ਉਸ ਬ੍ਰਹਮ ਨੂੰ ਜਾਣ ਲਿਆ ਹੈ, ਜਿਹੜਾ ਉਸ ਬ੍ਰਹਮ ਦੇ ਨਾਲ ਇੱਕਮਿਕ ਹੋ ਗਿਆ, ਉਹ ਅਸਲ ਦੇ ਵਿੱਚ ਬ੍ਰਾਹਮਣ ਹੈ। ਜਦੋਂ ਤੱਕ ਅਸੀਂ ਉਸ ਅਵਸਥਾ ਤੱਕ ਪਹੁੰਚੇ ਨਹੀਂ, ਉਦੋਂ ਤੱਕ ਅਸੀਂ ਵਾਧੂ ਕੋਈ ਹੰਕਾਰ ਕਰੀ ਜਾਈਏ, ਮਾਣ ਕਰੀ ਜਾਈਏ, ਇਹ ਸਾਡੀ ਮੂਰਖਤਾ ਹੈ। ਇਸ ਲਈ ਫਰਮਾ ਰਹੇ ਨੇ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਔਰ ਜਿੰਨੇ ਵੀ ਸੰਤ ਮਹਾਤਮਾ ਹੋਏ ਨੇ, ਕੋਈ ਇੱਕ ਦੀ ਗੱਲ ਨਹੀਂ ਕਿ ਜਿਸ ਤਰ੍ਹਾਂ ਹੁਣ ਅਮਰਦਾਸ ਜੀ ਦੀ ਬਾਣੀ ਆਈ ਹੈ, ਉਹਨਾਂ ਨੇ ਇੱਕ ਥਾਂ ਤੇ ਮੰਗਿਆ, ਇਹ ਕਿਹਾ ਹੈ ਕਿ ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਹਰ ਇੱਕ ਨੇ ਜਾਣਾ ਹੈ, ਪਰ ਜਿੱਥੇ ਜਾ ਕੇ ਅਸੀਂ ਲੇਖਾ ਦੇਣਾ ਹੈ, ਉੱਥੇ ਕਹਿੰਦੇ ਜਾਤ ਪਾਤ ਜਾਣੀ ਨਹੀਂ ਕੋਈ, ਉੱਥੇ ਦੇ ਨਹੀਂ ਜਾਣੀ, ਉੱਥੇ ਕਿਸੇ ਨੇ ਜਾਤ ਪਾਤ ਪੁੱਛਣੀ ਨਹੀਂ ਹੈ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਕੋਈ ਈਸਾਈ ਹੈ, ਉਹ ਜਿਹੜੀ ਸਭ ਦੀ ਹੀ ਜਿਹੜੀ ਦੇਹ ਹੈ, ਜਿਹੜਾ ਸਭ ਦਾ ਸਰੀਰ ਜਿਹੜਾ ਇੱਥੇ ਦਾ ਇੱਥੇ ਹੀ ਰਹਿ ਜਾਣਾ। ਚਾਹੇ ਅਲੱਗ-ਅਲੱਗ ਤਰ੍ਹਾਂ ਦੇ ਰੀਤੀ ਰਿਵਾਜ ਨੇ, ਪਰ ਕੋਈ ਧਰਮ ਦੇ ਵਿੱਚ ਹੈਗਾ ਹੈ ਕਿ ਦੇਹ ਦੇ ਸਮੇਤ ਹੀ ਕੋਈ ਚਲਾ ਗਿਆ ਹੋਵੇ ਉੱਥੇ, ਕਿ ਦੱਸਿਆ ਹੋਵੇ ਕਿ ਜੀ ਮੈਂ ਬੜੇ ਉੱਚੇ ਕੁਲ ਦਾ ਹਾਂ, ਮੈਨੂੰ ਕੋਈ ਪੁੱਛਗਿੱਛ ਨਾ ਕੀਤੀ ਜਾਵੇ। ਹਰ ਇੱਕ ਧਰਮ ਦੇ ਵਿੱਚ ਇੱਕ ਨਾ ਕੋਈ ਕਿਸੇ ਨੂੰ, ਚਾਹੇ ਕਿਸੇ ਦੇਹ ਨੂੰ ਉਹ ਦਬਾ ਦਿੰਦੇ ਆ, ਕਿਸੇ ਨੂੰ ਜਲਾ ਦਿੰਦੇ ਆ, ਕਿਸੇ ਨੂੰ ਕੋਈ ਹੋਰ ਤਰ੍ਹਾਂ ਦਾ ਕੋਈ ਕਰਦੇ ਨੇ, ਪਰ ਕਿਸੇ ਨੂੰ ਹਰ ਤਰ੍ਹਾਂ ਦੇਹ ਖਤਮ ਹੋ ਜਾਂਦੀ। ਤੇ ਜਾਤਾਂ ਪਾਤਾਂ ਕਦੋਂ ਤੱਕ ਨੇ? ਜਦੋਂ ਤੱਕ ਇਹ ਦੇਹ ਨੇ। ਉਸਨੇ ਤੇ ਇੱਕ ਮਨੁੱਖੀ ਬਣਾਇਆ, ਉਸਨੇ ਤੇ ਕੋਈ ਜਾਤ ਪਾਤ ਨਹੀਂ ਬਣਾਈ। ਲੇਕਿਨ ਅਸੀਂ ਇਹਨਾਂ ਦੇ ਵਿੱਚ ਫਸ ਕੇ ਅਸੀਂ ਹੰਕਾਰ ਕਰ ਬੈਠਦੇ ਹਾਂ। ਹੋਰ ਤਾਂ ਹੋਰ ਛੱਡਿਆ, ਗੁਰੂ ਘਰ ਦੇ ਵਿੱਚ ਵੀ ਅਸੀਂ ਇਹਨਾਂ ਦਾ ਹੀ ਮਾਣ ਥਾਨ ਨੂੰ ਸਮਝੀ ਜਾਂਦੇ ਹਾਂ। ਆਪਣੇ ਆਪਣੇ ਨਾਮ ਦੇ ਨਾਲ ਕਹਿੰਦੇ ਕਿ ਜੇ ਗੁਰੂ ਦੀ ਕੋਈ ਜਾਤ ਨਹੀਂ ਹੈ ਤੇ ਸਿੱਖ ਦੀ ਜਾਤ ਕਿੱਥੋਂ ਹੋਗੀ? ਕਿਉਂਕਿ ਆਤਮਾ ਜਿਹੜੀ ਹੈ ਪਰਮਾਤਮਾ ਦੀ ਅੰਸ਼ ਹੈ, ਇਹਨੇ ਜਾ ਕੇ ਪਰਮਾਤਮਾ ਦੇ ਨਾਲ ਹੀ ਫਿਰ ਮਿਲਣਾ ਹੈ। ਤੇ ਜੇ ਅਸੀਂ ਕਹਿੰਦੇ ਹਾਂ ਕਿ ਉਸ ਪਰਮਾਤਮਾ ਦੀ, ਜੇ ਸਾਨੂੰ ਪੁੱਛਿਆ ਜਾਵੇ ਕਿ ਉਸ ਪਰਮਾਤਮਾ ਦੀ ਕਿਹੜੀ ਜਾਤ ਹੈ, ਅਸੀਂ ਕੀ ਦੱਸਾਂਗੇ ਕਿ ਉਹਦੀ ਕਿਹੜੀ ਜਾਤ ਹੈ? ਤੇ ਜੇ ਉਸ ਪਰਮਾਤਮਾ ਦੀ ਜਾਤ ਨਹੀਂ ਹੈਗੀ ਤੇ ਫਿਰ ਇਹਦੀ ਆਤਮਾ ਦੀ ਕਿਹੜੀ ਜਾਤ ਹੋ ਸਕਦੀ ਹੈ? ਲੇਕਿਨ ਜ਼ਬਰਦਸਤੀ ਆਪਣਾ ਜਿਸ ਤਰ੍ਹਾਂ ਭਾਰਤ ਅਸੀਂ ਵਧਾਈ ਜਾਂਦੇ ਹਾਂ, ਬਦੋ ਬਦੀ ਅਸੀਂ ਮਾਣ ਹੰਕਾਰ ਜਿਹੜਾ ਆ ਕੋਈ ਨਾ ਕੋਈ ਚੁੱਕੀ ਜਾਂਦੇ ਹਾਂ। ਇਹੋ ਹੀ ਮਾਣ ਹੰਕਾਰ ਜਿਹੜਾ ਜੇ ਇਹਦਾ ਹੀ ਜਿਹੜਾ ਭਾਰ ਆ, ਇਹਦੇ ਜਹਾਜ਼ ਨੂੰ ਡੁਬੋ ਦਿੰਦਾ। ਇਹ ਭਾਵ ਸਾਗਰ ਦੇ ਵਿੱਚ ਹੀ ਡੋਬੇ ਖਾਂਦਾ ਰਹਿੰਦਾ। स्वामी जी ने भी फरमाया है कि मन रे क्यों गुमान अब करना, तन तो तेरा खाक मिलेगा 84 जा पढ़ना। कहते तू कहदा गुमान करता है, कहदा तेरे च बाले,
ਇਹੋ ਹੀ ਜਿਹੜੇ ਬਾਹਰ ਦੇ ਜਿਹੜੇ ਝੂਠੇ ਮਾਨਵੜੀਆਂ ਜਿਹੜੀਆਂ ਨੇ, ਇਹੋ ਹੀ ਜਿਹੜੀਆਂ ਉਹਨਾਂ 84 ਦੇ ਵਿੱਚ ਫਿਰ ਖਿੱਚ ਕੇ ਲੈ ਆਉਂਦੀਆਂ। ਔਰ ਇੱਕ ਹੀ ਮਹਾਤਮਾ ਨੇ ਨਹੀਂ, ਸਾਰੇ ਜਿੰਨੇ ਵੀ ਅੱਜ ਤੱਕ ਸੰਤ ਮਹਾਤਮਾ ਆਏ, ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਜੀ ਸਾਨੂੰ ਨਹੀਂ ਪਤਾ ਜਾਂ ਸਾਡੇ ਧਰਮ ਦੇ ਵਿੱਚ ਆ ਨਹੀਂ ਹੈ, ਸਾਡੇ ਕੋਲ 'ਚ ਨਹੀਂ ਹੈ। ਅਸੀਂ ਕਿਸੇ ਨੂੰ ਵੀ ਮੰਨਦੇ ਹੋਈਏ, ਹਰ ਇੱਕ ਸੰਤ ਮਹਾਤਮਾ ਦਾ ਇੱਕੋ ਹੀ ਸੰਦੇਸ਼ ਰਿਹਾ ਹੈ। ਹੋਇਆ ਕਿ ਜਾਤ ਪਾਤ ਪੁੱਛੇ ਨਾ ਕੋਏ, ਹਰ ਕੋ ਭਜੇ ਸੋ ਹਰ ਕਾ ਹੋਏ। ਜਿਹੜਾ ਹਰੀ ਨੂੰ ਸਿਮਰਦਾ ਹੈ, ਜਿਹੜਾ ਹਰੀ ਦੇ ਨਾਲ ਇੱਕਮਿਕ ਹੋ ਗਿਆ ਹੈ, ਜਿਹੜਾ ਹਰੀ ਦੇ ਬਚਨ ਦੇ ਵਿੱਚ ਉਹੀ ਉੱਥੇ ਐਂਟਰੀ ਮਿਲਦੀ, ਉਹੀ ਅੱਗੇ ਜਾਂਦਾ ਹੈ। ਸਰ ਕਈ ਥਾਵਾਂ ਤੇ ਸਤਿਗੁਰਾਂ ਨੇ ਇਹ ਬੜਾ ਖੋਲ ਕੇ ਦੱਸਿਆ ਹੈ ਕਿ ਉੱਥੇ ਜਾਤਾਂ ਪਾਤਾਂ ਜਿਹੜੀਆਂ ਸਾਰੀਆਂ ਖੜੀਆਂ ਰਹਿੰਦੀਆਂ ਨੇ, ਕੋਈ ਨਹੀਂ ਉੱਥੇ ਪੁੱਛਦਾ। ਜਿਹੜੀ ਚੀਜ਼ ਉੱਥੇ ਪੁੱਛੀ ਜਾਂਦੀ ਹੈ ਉਹਦੇ ਬਾਰੇ ਸਾਡੀ ਕੋਈ ਤਿਆਰੀ ਨਹੀਂ, ਉਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ। ਸਾਰੀ ਉਮਰ ਇੱਥੇ ਹੀ ਆਪਣਾ ਇਸੇ ਚੀਜ਼ 'ਚ ਅਸੀਂ ਗਵਾ ਲੈਂਦੇ ਹਾਂ, ਆਪਣੀਆਂ ਫੋਕੀਆਂ ਮਨ ਵੜਾਈਆਂ ਦੇ ਵਿੱਚ। ਮੈਂ ਕਈ ਵਾਰੀ ਦੱਸਿਆ ਜੇ ਸੰਗਤ ਦੇ ਵਿੱਚ ਕਈ ਵਾਰੀ ਬਾਹਰ ਪਤਾ ਚੱਲਦਾ ਹੈ, ਆਮ ਜਦੋਂ ਗੱਲ, ਕਿਉਂਕਿ ਜਿਹੜੀ ਸਾਡੇ ਅੰਦਰ ਸੱਚਾਈ ਹੁੰਦੀ ਹੈ ਸਾਡੇ ਜ਼ੁਬਾਨ ਤੇ ਵੀ ਆ ਜਾਂਦੀ ਹੈ। ਆਮ ਜਿਹੜੀ ਸੰਗਤ ਦੇ ਵਿੱਚ ਕਈ ਵਾਰੀ ਪਤਾ ਚੱਲਦਾ ਹੈ ਕਿ ਕੋਈ ਆਪਣੇ ਅਸੀਂ ਉਹਨਾਂ ਨੂੰ ਜਾਤਾਂ ਪਾਤਾਂ ਦੇ ਹੰਕਾਰ ਦੇ ਨਾਲ ਹੀ ਕਹਿੰਦੇ, ਆਪਣੇ ਆਪ ਨੂੰ ਸਤਸੰਗੀ ਆ, ਸੇਵਕ ਕਹਿੰਦੇ ਅਸੀਂ ਇੱਕੋ ਗੁਰੂ ਦੇ ਸਾਰੇ ਸਿੱਖ ਹਾਂ, ਇੱਕੋ ਹੀ ਪਰਮਾਤਮਾ ਦੇ ਅਸੀਂ ਸਾਰੇ ਬੱਚੇ ਹਾਂ। ਲੇਕਿਨ ਫਿਰ ਵੀ ਚਾਹੀਦਾ ਤਾਂ ਇਹ ਹੈ ਨਾ ਕਿ ਜੋ ਸਾਡੇ ਹੈਗਾ ਹੈ, ਜੇ ਅਸੀਂ ਸੱਚ ਸਮਝਦੇ ਹਾਂ, ਜੇ ਸਾਨੂੰ ਪਤਾ ਹੈ ਕਿ ਅਸੀਂ ਗੁਰੂ ਦੇ ਸਿੱਖ ਹਾਂ, ਤੇ ਸਾਡੇ ਕੀ ਹੈ, ਜਾਤ ਵੀ ਗੁਰੂ ਹੈ, ਸਾਡਾ ਰੂਪ ਰੰਗ ਵੀ ਗੁਰੂ ਹੈ, ਸਾਡਾ ਧਰਮ ਵੀ ਗੁਰੂ ਹੈ। ਪਰ ਫਿਰ ਵੀ ਅਸੀਂ ਆਪੋ ਆਪਣਾ, ਕੋਈ ਜੱਟ, ਕੋਈ ਬ੍ਰਾਹਮਣ, ਕੋਈ ਮਹਾਜਨ, ਕੋਈ ਕੁਛ ਨਾ ਕੁਛ ਜਿਹੜੇ ਆਪਣੇ ਅਸੀਂ ਜਿਹੜੇ ਸਰਨੇਮ ਰੱਖੇ, ਬੜੇ ਫਕਰ ਦੇ ਨਾਲ ਉਹਨਾਂ ਨਾਮਾਂ ਨੂੰ ਅਸੀਂ ਲਿਖਾਉਂਦੇ ਹਾਂ ਨੇਮ ਪਲੇਟਾਂ ਦੇ ਉੱਤੇ ਕਿ ਬਈ ਇਹ ਸਾਡੇ ਅਸੀਂ ਗੋਤ ਹੈ। ਪਰ ਕਦੇ ਵਿਚਾਰ ਨਹੀਂ ਕੀਤਾ ਕਿ ਇਹ ਕਿੱਥੇ ਨਾਲ ਚੱਲਣੀ ਹੈ। ਇੱਕੋ ਤਰ੍ਹਾਂ ਸਭ ਆਏ ਨੇ, ਇੱਕੋ ਤਰ੍ਹਾਂ ਸਭ ਨੇ ਜਾਣਾ ਹੈ। ਇਸ ਕਰਕੇ ਸੁਣਾਉਂਦੇ ਨੇ ਕਿ ਜਾਤ ਪਾਤ ਪੁੱਛੇ ਨਹੀਂ ਕੋਈ, ਹਰ ਕੋ ਭਜੇ ਸੋ ਹਰ ਕਾ ਹੋਏ। ਔਰ ਜੇ ਅਸੀਂ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਜੇ ਮਨ 'ਚ ਚਾਹ ਰੱਖਦੇ ਹਾਂ ਉਹਨੂੰ ਮਿਲਣ ਦੀ, ਸਾਡੇ ਮਨ ਦੇ ਵਿੱਚ ਉਹ ਇੱਛਾ ਨੂੰ ਹੈਗੀ ਹੈ ਮਿਲਣ ਦੀ, ਤੇ ਫਿਰ ਉਹ ਕਹਿੰਦੇ ਆ ਹਰ ਕੋ ਭਜੇ ਸੋ ਹਰ ਕਾ ਹੋਏ। ਹੋਰ ਕੋਈ ਉਹਦੇ ਵਿੱਚ ਗੱਲਬਾਤ ਨਹੀਂ ਹੋਣੀ, ਹੋਰ ਕੋਈ ਵੀ ਪੁੱਛਗਿੱਛ ਨਹੀਂ ਹੋਣੀ। ਇੱਕੋ ਹੀ ਚੀਜ਼ ਉਹਦੇ ਵਿੱਚ ਚਾਹੀਦੀ ਹੈ ਕਿ ਉਸ ਹਰੀ ਦੇ ਰਸਤੇ ਦੇ ਉੱਤੇ ਚੱਲੀਏ। ਜੋ ਵੀ ਸਤਿਗੁਰਾਂ ਦਾ ਹੁਕਮ ਹੈ ਉਹਨੂੰ ਅਸੀਂ ਯਾਦ ਰੱਖੀਏ, ਉਹਦਾ ਹੀ ਹਰ ਵੇਲੇ ਗੁਣਗਾਨ ਕਰੀਏ। ਹਾਂਜੀ। ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੇ ਬਹੁਤ ਵਿਕਾਰਾ। ਹੁਣ ਕੀ ਫਰਮਾਉਂਦੇ ਨੇ ਕਿ ਜਿਹੜਾ ਵੀ ਇਸ ਜਾਤ ਪਾਤ ਦਾ ਹੰਕਾਰ ਕਰਦਾ ਹੈ ਉਹਨੂੰ ਕੀ ਕਹਿੰਦੇ ਨੇ, ਮੂਰਖ ਗਵਾਰ। ਕਹਿੰਦੇ ਕੋਈ ਸਮਝਦਾਰੀ ਨਹੀਂ ਇਸ ਚੀਜ਼ ਦੇ ਵਿੱਚ। ਕਹਿੰਦੇ ਇਹਦੇ ਵਿੱਚ ਬੜੇ ਤਰ੍ਹਾਂ ਦੇ ਜਿਹੜੇ ਵਿਕਾਰ ਉਤਪੰਨ ਹੋ ਜਾਂਦੇ ਨੇ। ਬਾਹਰ ਅਸੀਂ ਕੋਈ ਗੱਲ ਕਰਦੇ ਹਾਂ ਤੇ ਉੱਥੇ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ ਨੇ। ਜਾਤਾਂ ਪਾਤਾਂ ਨੂੰ ਲੈ ਕੇ ਅਸੀਂ ਹਰ ਇੱਕ ਚੀਜ਼ ਦੇ ਵਿੱਚ ਵੰਡੀ ਪਾ ਲਈਏ। ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਅਸੀਂ ਅਲੱਗ-ਅਲੱਗ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਣਾ ਲਏ ਨੇ, ਅਲੱਗ-ਅਲੱਗ ਮੰਦਿਰ ਬਣਾ ਲਏ ਨੇ। ਭਗਵਾਨ ਨੂੰ ਵੀ ਅਸੀਂ ਵੰਡ ਦਿੱਤਾ ਹੈ। ਇਹ ਜਿਹੜੇ ਵਿਕਾਰ ਨੇ ਇਹ ਕਹਿੰਦੇ ਸਾਨੂੰ ਡੋਬ ਦੇਣਗੇ। ਜੇ ਅਸੀਂ ਚਾਹੁੰਦੇ ਹਾਂ ਉਸ ਨੂੰ ਮਿਲਣਾ, ਤੇ ਫਿਰ ਅਸੀਂ ਆਪਣੇ ਆਪ ਨੂੰ ਸਾਰੇ ਹੀ ਕੀ ਸਮਝੀਏ ਕਿ ਬਈ ਨਹੀਂ, ਜਦੋਂ ਤੱਕ ਸਤਿਗੁਰਾਂ ਦਾ ਨਾਮ ਸਾਡੇ ਅੰਦਰ ਪ੍ਰਗਟ ਨਹੀਂ ਹੋ ਜਾਂਦਾ,
ਜਦੋਂ ਤੱਕ ਉਹਦੀ ਪ੍ਰਭੂ ਦੀ ਜਿਹੜੀ ਮੂਰਤ ਸਾਡੇ ਅੰਦਰ ਵਸ ਨਹੀਂ ਜਾਂਦੀ, ਉਦੋਂ ਤੱਕ ਅਸੀਂ ਸਭ ਨੀਚ ਹੀ ਹਾਂ। ਉਹ ਜਿਹੜਾ ਨੀਚ ਹੈ ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ। ਜਿਹੜਾ ਕੋਈ ਆਪਣੇ ਆਪ ਨੂੰ ਗੰਦਾ ਸਮਝਦਾ ਹੈ ਉਹੀ ਸਾਫ਼ ਹੋਣ ਦੀ ਕੋਸ਼ਿਸ਼ ਕਰੇਗਾ। ਜਿਹੜਾ ਕੋਈ ਸਮਝਦਾ ਹੈ ਕਿ ਮੈਨੂੰ ਕੋਈ ਗਿਆਨ ਨਹੀਂ ਜਾਂ ਮੈਂ ਕੋਈ ਅਨਪੜ੍ਹ ਹੈ, ਉਹੀ ਪੜ੍ਹਨ ਲੱਗਣ ਦੀ ਕੋਸ਼ਿਸ਼ ਕਰੇਗਾ। ਜਿਹਦੇ ਮਨ ਦੇ ਵਿੱਚ ਪਹਿਲਾਂ ਹੀ ਇਹ ਮਾਣ ਆ ਗਿਆ ਕਿ ਨਹੀਂ, ਮੈਂ ਤਾਂ ਬਹੁਤ ਸਾਫ਼ ਹੈ, ਮੈਂ ਤਾਂ ਬਹੁਤ ਵੱਡਾ ਹੈ, ਮੈਂ ਤਾਂ ਬਹੁਤ ਗੁਣੀ ਗਿਆਨੀ ਹੈ, ਉਹਦੇ ਸਾਰੇ ਦਰਵਾਜ਼ੇ ਜਿਹੜੇ ਬੰਦ ਹੋ ਗਏ। ਇਸ ਕਰਕੇ ਤੁਸੀਂ ਸਾਹਿਬ ਨੇ ਫਰਮਾਇਆ ਗਿਆ ਕਿ ਨੀਚ ਨੀਚ ਸਭ ਤਰ ਗਏ, ਸੰਤ ਚਰਨ ਲਵਲੀਨ, ਜਾਤੀ ਕੇ ਅਭਿਮਾਨ में डूबे बहुत कली। ਕਹਿੰਦੇ ਕਿ ਨੀਚ ਨੀਚ ਸਭ ਤਰ ਗਏ। ਕਿਉਂ ਤਰ ਗਏ? ਕਿਉਂਕਿ ਜਿਹੜਾ ਨੀਚ ਹੈ ਉਹਨੇ ਕੋਈ ਸ਼ਰਮ ਨਹੀਂ ਕਰਨੀ ਕਿਸੇ ਕੰਮ ਦੇ ਵਿੱਚ ਵੀ। ਅਸੀਂ ਇੱਕ ਬਾਹਰ ਦਾ ਹੀ ਅਸੀਂ ਦੇਖੀਏ, ਚਲੋ ਇਹਨੂੰ ਸਮਝਣ ਵਾਸਤੇ ਇੱਕ ਬਾਹਰ ਦੀ ਗੱਲ ਕਰੀਏ, ਤੇ ਬਾਹਰ ਸਾਡੇ ਕੰਮਕਾਰ ਵੀ ਸਾਡੀਆਂ ਜਾਤਾਂ ਪਾਤਾਂ ਦੇ ਨਾਲ ਹੀ ਹੋਏ ਨੇ। ਟਾਈਮ ਨਾਲ ਚਲੋ ਚੀਜ਼ਾਂ ਦਾ ਬਦਲਾਵ ਆ ਰਿਹਾ ਹੈ, ਨਹੀਂ ਤੇ ਇਹੋ ਹੀ ਹੁੰਦਾ ਸੀ ਕਿ ਆ ਜੀ ਫਲਾਣਾ ਧਰਮ ਦਾ ਇਹਨੇ ਆਹੋ ਕੰਮ ਕਰਨਾ ਹੈ, ਆ ਜਿਹੜਾ ਜੱਟ ਹੈ ਇਹਨੇ ਖੇਤੀ ਕਰਨੀ ਹੈ, ਬ੍ਰਾਹਮਣ ਹੈ ਇਹਨੇ ਪੂਜਾ ਪਾਠ ਹੀ ਕਰਨਾ ਹੈ। ਹੁਣ ਸੰਸਾਰ ਦੇ ਵਿੱਚ ਕੰਮ ਦੇ ਵੀ ਵੰਡੀਆਂ ਪੈ ਗਈਆਂ। ਹੁਣ ਜਿਹੜੇ ਕੋਈ ਅਮੀਰ, ਜਿਹੜੇ ਕੋਈ ਆਪਣੇ ਆਪ ਨੂੰ ਬਹੁਤ ਉੱਚੀ ਕੁਲ ਦੇ ਸਮਝਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਇਹ ਭਾਵ ਹੈ, ਉਹ ਕੋਈ ਥੱਲੇ ਵਾਲਾ ਕੰਮ ਵੀ ਨਹੀਂ ਕੋਈ ਕਰ ਪਾਉਂਦੇ। ਮੈਂ ਕਈ ਐਸੇ ਜਾਣਦਾ ਕਈਆਂ ਨੂੰ ਕਿ ਉਹ ਦੇਖਦੇ ਨੇ ਕਿ ਉਹ ਜਿਹਨਾਂ ਨਾਲ ਗੱਲ ਕਰੋ ਤੇ ਕਹਿੰਦੇ ਨੇ ਨਹੀਂ ਅਸੀਂ ਤੇ ਜੀ ਦੇਖੋ ਅਸੀਂ ਤੇ ਆਹ ਹੁੰਨੇ ਆ, ਅਸੀਂ ਤੇ ਬ੍ਰਾਹਮਣ ਹੁੰਨੇ, ਅਸੀਂ ਆਹ ਜਿਹੜਾ ਛੋਟਾ ਜਿਹਾ ਕੰਮ ਕਰੀਏ। ਕੰਮਾਂ ਕਾਰਾਂ ਨੂੰ ਵੀ ਲੈ ਕੇ, ਕਿਰਤ ਨੂੰ ਵੀ ਲੈ ਕੇ ਸਾਡੇ ਅੰਦਰ ਉਹ ਜਿਹੜੇ ਸੀ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋ ਗਏ। ਭੁੱਖੇ ਮਰਨਾ ਮਨਜ਼ੂਰ ਹੁੰਦਾ ਹੈ, ਪਰ ਕੰਮ ਨੂੰ ਵੀ ਅਸੀਂ ਛੋਟਾ ਵੱਡਾ ਸਮਝਦੇ ਹਾਂ। ਕਹਿੰਦੇ ਆਹ ਕੰਮ ਛੋਟਾ ਹੈ, ਆਹ ਕੰਮ ਵੱਡਾ ਹੈ। ਇਸੇ ਕਰਕੇ ਮੈਂ ਕਿਹਾ ਕਿ ਕਈ ਜਣੇ ਮਤਲਬ ਪਰਮਾਰਥ ਦੇ ਵਿੱਚ ਵੀ ਤੇ ਸਵਾਰਥ ਦੇ ਵਿੱਚ ਵੀ ਕਈ ਜਣੇ ਡੁੱਬ ਗਏ ਨੇ ਇਸੇ ਚੀਜ਼ ਨੂੰ ਲੈ ਕੇ। ਪਰ ਨੀਚ ਕਹਿੰਦੇ ਨੀਚ ਨੀਚ ਸਭ ਤਰ ਗਏ। ਅੱਜ ਵੀ ਦੇਖੀਏ, ਮੈਂ ਕਈ ਵਾਰੀ ਦੇਖਦਾ ਹਾਂ ਕਿ ਕਈ ਬੰਦੇ ਐਸੇ ਨੇ, ਚਾਹੇ ਉਹ ਉਹਨਾਂ ਦੀ ਜਾਤ ਕੋਈ ਹੈ, ਚਾਹੇ ਕਿਸੇ ਤਰ੍ਹਾਂ ਦੇ ਵੀ ਹੈ, ਮਿਹਨਤ ਕਰਕੇ ਅੱਜ ਕਿਤੇ ਤੇ ਕਿਤੇ ਪਹੁੰਚ ਗਏ। ਕੰਮ 'ਚ ਉਹਨਾਂ ਨੇ ਸ਼ਰਮ ਨਹੀਂ ਕੀਤੀ, ਭਾਵੇਂ ਉਹਨਾਂ ਨੇ ਰੇਹੜੀ ਲਗਾਈ, ਭਾਵੇਂ ਚਾਹ ਦਾ ਕੰਮ ਕੀਤਾ, ਚਾਹੇ ਕੋਈ ਬਰਗਰਾਂ ਦਾ ਕੰਮ ਕੀਤਾ, ਚਾਹੇ ਕੋਈ ਕੰਮ ਕੀਤਾ, ਮਿਹਨਤ ਕਰਕੇ ਆਪਣੇ ਖਾ ਰਹੇ ਨੇ, ਕਿਸੇ ਦੇ ਅੱਗੇ ਹੱਥ ਨਹੀਂ ਅੱਡ ਰਹੇ। ਔਰ ਕੰਮ ਕਰਕੇ ਅੱਜ ਕਿਤੇ ਤੇ ਕਿਤੇ ਪਹੁੰਚ ਗਏ ਨੇ। ਲੇਕਿਨ ਕੁਝ ਜਿਹੜੇ ਸੀ ਜਾਤੀ ਦੇ ਅਭਿਮਾਨ ਦੇ ਵਿੱਚ, ਬਸ ਇਹੋ ਹੀ ਚੀਜ਼ ਦੇ ਵਿੱਚ ਮੈਨੂੰ ਜਿੱਦਾਂ ਪਤਾ ਹੈ ਕਿ ਗੁਰਮਾਈ ਦਾ ਜ਼ਾਹਿਰ ਕਹਿੰਦੇ ਅਸੀਂ ਸਤਿਗੁਰਾਂ ਦੇ ਦਰ, ਅਸੀਂ ਦਰਬਾਰ ਕਹਿੰਦੇ, ਅਸੀਂ ਸੱਚਖੰਡ ਕਹਿੰਦੇ ਹਾਂ। ਮੈਨੂੰ ਯਾਦ ਹੈ ਗੁਰਮਾਈ ਦਰਬਾਰ ਦੇ ਵਿੱਚ ਸੇਵਾ ਵਾਸਤੇ ਵੀ ਜਿਸ ਤਰ੍ਹਾਂ ਸੰਗਤ ਆਉਂਦੀ ਹੈ, ਰਹਿੰਦੇ ਨੇ, ਸਭ ਆਣ ਕੇ ਸੇਵਾ ਕਰਦੇ ਨੇ, ਅੱਛੇ ਅੱਛੇ ਪਰਿਵਾਰਾਂ ਦੀਆਂ, ਅੱਛੇ ਅੱਛੇ ਕੁਲਾਂ ਦੇ ਵਿੱਚੋਂ ਜਿਹੜੀ ਸੰਗਤ ਆਉਂਦੀ ਹੈ। ਲੇਕਿਨ ਕਈ ਮੂਰਖ, ਕਈ ਐਸੇ ਹੁੰਦੇ ਨੇ ਕਿ ਜਿਹੜੇ ਆਪਣੀ ਜਾਤੀ ਪਾਤੀ ਦਾ ਅਭਿਮਾਨ ਨਹੀਂ ਰੱਖਦੇ। ਅਸੀਂ ਉਸ ਤਰ੍ਹਾਂ ਕਹਿੰਦੇ ਹਾਂ ਪ੍ਰਭੂ ਦਾ ਦਰਬਾਰ, ਅਸੀਂ ਪਰਮੇਸ਼ਵਰ ਦਾ ਦਰਬਾਰ, ਅਸੀਂ ਸਤਿਗੁਰ ਦਾ ਘਰ, ਅਸੀਂ ਸਭ ਕੁਛ ਹੈ। ਦੁਖੀ ਹੋਈਏ, ਜਿਸ ਤਰ੍ਹਾਂ ਮਰਜ਼ੀ ਹੋਈਏ, ਬਾਹਰ ਲੋਕਾਂ ਦੇ ਤਾਨੇ ਮਿਹਣੇ ਸਹਿ ਜਾਵਾਂਗੇ, ਪਰ ਕੀ ਕਵਾਂਗੇ? ਹਾਂ ਅਸੀਂ ਤੇ ਬ੍ਰਾਹਮਣ ਹੁੰਨੇ, ਅਸੀਂ ਡੇਰਿਆਂ 'ਚ ਰਹਾਂਗੇ ਜਾ ਕੇ। ਬ੍ਰਾਹਮਣਾਂ ਦੇ ਬੱਚੇ ਡੇਰੇ 'ਚ ਰਹਿੰਦੇ ਨੇ, ਮਹਾਜਨਾਂ ਦੇ ਬੱਚੇ ਡੇਰਿਆਂ 'ਚ ਰਹਿੰਦੇ ਨੇ, ਜੱਟਾਂ ਦੇ ਬੱਚੇ, ਮਤਲਬ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਕੋਈ ਖਿਆਲ ਹੈ ਉਸ ਤਰ੍ਹਾਂ ਦਾ ਮਾਣ ਹੰਕਾਰ ਰੱਖਿਆ ਪਿਆ। ਕੀ ਅਸੀਂ ਸੋਚ ਕੇ ਦੇਖੀਏ ਕਿ ਜਿਹੜੇ ਬਾਕੀ ਕੋਈ ਨੇ ਉਹਨਾਂ ਨਾਲੋਂ ਸਾਡੇ 'ਚ ਕਿਹੜੀ ਕੋਈ ਵੱਡੀ ਖੂਬੀ ਹੈਗੀ? ਸਿਰਫ ਇੱਕੋ ਹੀ ਮਾਣ ਕੀ ਹੈ, ਜਾਤ ਦਾ। ਇਸ ਕਰਕੇ ਤੁਸੀਂ ਸਾਨੂੰ ਬਣਾਇਆ ਕਿ ਜਾਤੀ ਕੇ ਅਭਿਮਾਨ में डूबे बहुत कली। ਬਹੁਤ ਪਿੱਛੇ ਰਿਸ਼ੀ ਮੁਨੀ ਜਿਹੜੇ ਸੀ ਬੜੀ ਤਰੱਕੀਆਂ ਕਰ ਲਈਆਂ, ਬਹੁਤ ਉਹਨਾਂ ਨੇ ਜਪ ਤਪ ਕੀਤਾ, ਪਰ ਮਾਣ ਹੰਕਾਰ ਦੇ ਵਿੱਚ ਫਿਰ ਗਿਰ ਗਏ। ਪਤਾ ਹੀ ਨਹੀਂ ਲੱਗਾ ਕਿ ਕਿੱਥੋਂ ਗਿਰੇ ਤੇ ਕਿੱਥੇ ਪਹੁੰਚ ਗਏ। ਸਭ ਕੁਝ ਆਪਣਾ ਉਸੇ ਮਾਣ ਹੰਕਾਰ 'ਚ ਗਵਾ ਲਿਆ। ਕਿਉਂਕਿ ਸਤਿਗੁਰਾਂ ਦੇ ਬਚਨ ਨੇ ਕਿਹਾ ਪ੍ਰਭ ਜੀ ਹੰਕਾਰ ਨਾ ਪਾਇੰਦਾ। ਕਿਸੇ ਤਰ੍ਹਾਂ ਦਾ ਵੀ ਹੰਕਾਰ ਹੋਵੇ, ਬਾਹਰਲੀ ਮਾਇਆ ਦਾ ਹੋਵੇ, ਕੋਈ ਜਾਤ ਪਾਤ ਦਾ ਹੋਵੇ, ਰੰਗ ਰੂਪ ਦਾ ਹੋਵੇ, ਇੱਥੋਂ ਤੱਕ ਕਿ ਭਗਤੀ ਦਾ ਵੀ ਹੋਵੇ। ਮੈਂ ਬੜੀ ਸੇਵਾ ਕੀਤੀ ਹੈ, ਮੈਂ ਬੜੀ ਸੇਵਾ ਕਰਦਾ ਹਾਂ, ਮੈਂ ਬੜੀ ਨਜ਼ਦੀਕ ਰਹਿਣਾ ਸਤਿਗੁਰ ਦੇ, ਮੈਂ ਬੜੀ ਖੁਸ਼ੀ ਪ੍ਰਾਪਤ ਕੀਤੀ ਹੈ, ਮਤਲਬ ਇਸ ਗੱਲ ਦਾ ਕਿਸੇ ਵੀ ਗੱਲ ਦਾ ਜੇ ਹੰਕਾਰ ਹੋ ਗਿਆ ਤੇ ਕਹਿੰਦੇ ਹੰਕਾਰਿਆ ਸੋ ਮਾਰਿਆ।
ਕਿਸੇ ਵੀ ਚੀਜ਼ ਦਾ ਹੰਕਾਰ ਜਿਹੜਾ ਆ ਉਹ ਸਾਨੂੰ ਡੁਬੋ ਕੇ ਰੱਖ ਦਿੰਦਾ ਹੈ। ਇਸ ਕਰਕੇ ਹੋਇਆ ਕਿ ਨੀਚ ਨੀਚ ਸਭ ਤਰ ਗਏ। ਆਪਣੇ ਆਪ ਨੂੰ ਕਹਿੰਦੇ ਨਿਮਾਣੇ ਬਣਾ ਕੇ ਰੱਖੋ, ਆਪਣੇ ਆਪ ਨੂੰ ਸੇਵਕ ਹੀ ਸਮਝੀਏ। ਜੇ ਅਸੀਂ ਸੇਵਾਦਾਰ ਕਹਿੰਦੇ ਆ ਤੇ ਫਿਰ ਸੇਵਾਦਾਰ ਵਾਲੇ ਗੁਣ ਆਪਣੇ 'ਚ ਪੈਦਾ ਕਰੀਏ। ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਫਰਮਾਇਆ ਸੀ, ਕਹਿੰਦੇ ਆਪਣੇ ਆਪ ਨੂੰ ਸੇਵਾਦਾਰ ਆ, ਕਹਿੰਦੇ ਆਪਣੇ ਆਪ ਨੂੰ ਇਹ ਆ ਕਿ ਸਿੱਖਿਆ ਸੀ। ਪਰ ਗੁਰੂ ਮਹਾਰਾਜ ਨੇ ਫਰਮਾਇਆ ਕਿ ਜੇ ਕੋਈ ਸਾਨੂੰ ਹੋਰ ਕੋਈ ਕਹਿ ਦੇਵੇ ਕਿ ਤੂੰ ਵੀ ਤਾਂ ਸੇਵਾਦਾਰ ਹੀ ਹੈ, ਜਿਸ ਤਰ੍ਹਾਂ ਮੈਂ ਸੇਵਾਦਾਰ ਆ ਤੂੰ ਵੀ ਸੇਵਾਦਾਰ ਆ, ਤੇ ਫਿਰ ਸਾਡਾ ਹੰਕਾਰ ਜਿਹੜਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਕਿ ਵੀ ਮੈਨੂੰ ਆਪਣੇ ਵਰਗਾ ਕਹਿ ਦਿੱਤਾ ਹੈ, ਮੈਨੂੰ ਆਪਣੇ ਵਰਗਾ ਬਣਾ ਲਿਆ। ਇਹ ਕੀ ਹੈ ਵਿਕਾਰ ਜਿਹੜੇ। ਇਸ ਕਰਕੇ ਮੈਂ ਫਰਮਾਇਆ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰ। ਕਹਿੰਦੇ ਇੱਕੋ ਹੀ ਜਿਹੜਾ ਹੰਕਾਰ ਹੈ, ਇਹਦੇ ਨਾਲ ਕਈ ਵਿਕਾਰ ਚੱਲ ਪੈਣੇ ਨੇ, ਔਰ ਵਿਕਾਰ ਤੇ ਇੱਕ ਹੀ ਬੜਾ ਡੁਬੋਣ ਦੇ ਵਿੱਚ, ਇੱਕ ਹੀ ਵਿਕਾਰ ਜਿਹੜਾ ਡੁਬੋ ਕੇ ਰੱਖ ਦਿੰਦਾ ਹੈ, ਤੇ ਹੋਰ ਚੱਲਣਗੇ ਤੇ ਕਿਸ ਤਰ੍ਹਾਂ ਇਹ ਚੋਂ ਬਚਾਅ ਹੋਵੇਗਾ। ਹਾਂਜੀ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਮਾਟੀ ਏਕ ਸਗਲ ਸੰਸਾਰਾ, ਬਹੁ ਬਿਦ ਭਾਂਡੇ ਕੜੇ ਕੁਮਾਰਾ। ਹੁਣ ਕੀ ਹੁੰਦੇ ਨੇ, ਚਾਰੇ ਵਰਨ ਆਖੇ ਸਭ ਕੋਈ। ਸਾਨੂੰ ਸਭ ਨੂੰ ਪਤਾ ਹੈ ਕਿ ਬਈ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਨੂੰ ਜਿਹੜਾ ਵੰਡਿਆ ਗਿਆ ਹੈ, ਇਹ ਚਾਰਾਂ ਉਸ ਵਿੱਚ ਵੰਡਿਆ ਗਿਆ ਹੈ, ਚਾਰ ਵਰਨਾਂ ਦੇ ਵਿੱਚ। ਕਿ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਮੰਨਦੇ ਆ ਸਾਰੇ ਇਸ ਚੀਜ਼ ਨੂੰ, ਪਰ ਉਹਨੇ ਫਰਮਾਇਆ ਕਿ ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਉਤਪਤੀ ਹੋਈ। ਚਾਹੇ ਵੰਡਿਆ ਜਿੰਨਾਂ 'ਚ ਮਰਜ਼ੀ ਚਾਰਾਂ 'ਚ ਛੱਡ ਕੇ ਭਾਵੇਂ 10 'ਚ ਵੰਡ ਦਈਏ, ਉਹਦੇ ਨਾਲ ਕੀ ਫਰਕ ਪਏਗਾ। ਕਹਿੰਦੇ ਪੈਦਾ ਤੇ ਇੱਕੋ ਹੀ ਹੋਣ ਗਿਆ ਕਿ ਇੱਕੋ ਹੀ ਚੀਜ਼ ਤੋਂ ਸਭ ਪੈਦਾ ਹੋਏ ਨੇ। ਅੱਗੇ ਅੱਗੇ ਉਹਦਾ ਦੱਸਿਆ ਕਿ ਮਾਟੀ ਏਕ ਸਗਲ ਸੰਸਾਰਾ, ਬਹੁ ਵਿਧ ਭਾਂਡੇ ਕੜੇ ਕੁਮਾਰਾ। ਕਿ ਜਿਸ ਤਰ੍ਹਾਂ ਘੁਮਿਆਰ ਜਿਸ ਤਰ੍ਹਾਂ ਭਾਂਡੇ ਕਰਦਾ ਹੈ, ਉਹ ਇੱਕੋ ਹੀ ਮਿੱਟੀ ਜਿਹੜੀ ਹੈ ਗੁੰਨ ਕੇ ਤੇ ਉਹਨੂੰ ਚੰਗੀ ਤਰ੍ਹਾਂ ਰੱਖ ਲੈਂਦਾ ਹੈ, ਉਹਦੇ ਹੀ ਉਹ ਘੜੇ ਬਣਾ ਦਿੰਦਾ ਹੈ, ਉਹਦੀਆਂ ਸਰਾਈਆਂ ਬਣਾ ਦਿੰਦਾ ਹੈ, ਉਹਦੇ ਦੀਵੇ ਬਣਾ ਦਿੰਦਾ ਹੈ, ਉਹਦੀਆਂ ਕੋਈ ਹੋਰ ਚੀਜ਼ਾਂ ਬਣਾ ਦਿੰਦਾ ਹੈ। ਉਹ ਵੇਖਣ ਨੂੰ ਆਕਾਰ ਜਿਹੜੇ ਵੱਖਰੇ ਵੱਖਰੇ ਨੇ, ਕੋਈ ਕਿਸੇ ਚੀਜ਼ ਦੀ ਲੱਗ ਰਿਹਾ, ਕੋਈ ਕਿਸੇ ਤਰੀਕੇ ਨਾਲ ਕੋਈ ਲੱਗ ਰਿਹਾ ਹੈ, ਪਰ ਹੈ ਤਾਂ ਸਭ ਉਹ ਮਿੱਟੀ, ਕੋਈ ਮਿੱਟੀ ਦੇ ਨੇ, ਔਰ ਉਹ ਕੱਚੀ ਮਿੱਟੀ ਦੇ ਸਾਰੇ, ਜੋ ਵੀ ਜਿਹਨੂੰ ਮਰਜ਼ੀ ਠੋਕਰ ਲੱਗੀ ਉਹਨੇ ਟੁੱਟ ਜਾਣਾ। ਲੇਕਿਨ ਆਪਣੇ ਅੰਦਰ ਜਿਸ ਤਰ੍ਹਾਂ ਸੀ, ਫਿਰ ਉਹੀ ਗੱਲ ਆ ਜਾਂਦੀ ਹੈ, ਕਿਉਂਕਿ ਕਹਿੰਦੇ ਸਭ ਆ, ਸਭ ਨੂੰ ਪਤਾ ਇਸ ਚੀਜ਼ ਦਾ। ਕਹਿ ਕੇ ਅਬਲੇ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਫਿਰ ਵੀ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਐਸੇ ਵਿਚਾਰ ਹੁੰਦੇ ਨੇ, ਕਿਸੇ ਨੂੰ ਚੰਗਾ, ਕਿਸੇ ਨੂੰ ਮੰਦਾ, ਕਿਸੇ ਨੂੰ ਵੱਡਾ, ਕਿਸੇ ਨੂੰ ਛੋਟਾ, ਕਿਸੇ ਨੂੰ ਊਚ, ਕਿਸੇ ਨੂੰ ਨੀਚ, ਅਸੀਂ ਸਮਝਦੇ ਰਹਿੰਦੇ ਹਾਂ। ਸਾਡੇ ਮਨ ਦੇ ਵਿੱਚ ਹੁੰਦੀਆਂ ਤੇ ਅਸੀਂ ਤਾਨੇ ਮਾਰਦੇ ਕਿਸੇ ਨੂੰ। ਜੇ ਸਾਡੇ ਅੰਦਰ ਇਹ ਹੋਵੇ ਨਾ, ਭਾਵਨਾ ਹੀ ਨਾ ਹੋਵੇ, ਜੇ ਸਾਨੂੰ ਇਹ ਗੁਰੂ ਦੇ ਸਿੱਖ ਹੋਈਏ, ਸਾਨੂੰ ਹੋਈਏ ਕਿ ਸਾਰੇ ਇੱਕੋ ਹੀ ਨੇ, ਤੇ ਫਿਰ ਅਸੀਂ ਕਿਸੇ ਨੂੰ ਕਿੱਦਾਂ ਕੋਈ ਤਾਨੇ ਮਾਰ ਸਕਦੇ ਹਾਂ। ਇਹ ਮਿਹਣੇ ਤਾਨੇ ਤਾਂ ਹੀ ਚੱਲਦੇ ਨੇ ਜੇ ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ, ਦੂਸਰੇ ਨੂੰ ਛੋਟਾ ਸਮਝਦੇ ਹਾਂ। ਪਰ ਪਹਿਲਾਂ ਜਿਸ ਤਰ੍ਹਾਂ ਦੱਸਿਆ ਕਿ
ਜੇ ਗੁਰੂ ਦੀ ਕੋਈ ਯਾਦ ਨਹੀਂ ਹੈ ਤਾਂ ਸਿੱਖ ਦੀ ਵੀ ਕੋਈ ਯਾਦ ਨਹੀਂ ਹੈ। ਜੋ ਗੁਰੂ ਦੀ ਯਾਦ ਹੈ ਉਹ ਸਿੱਖ ਦੀ ਯਾਦ ਹੈ। ਜੇ ਸਿੱਖ ਆਪਣੇ ਆਪ ਨੂੰ ਕੋਈ ਅਲੱਗ ਸਮਝਦਾ ਹੈ ਤੇ ਫਿਰ ਇਹ ਕਦੀ ਗੁਰੂ ਨੂੰ ਮਿਲ ਹੀ ਨਹੀਂ ਸਕਦਾ, ਗੁਰੂ ਦਾ ਸਿੱਖ ਬਣਿਆ ਹੀ ਨਹੀਂ ਹੈ। ਜਿਸ ਤਰ੍ਹਾਂ ਲੜਕੀ ਵਿਆਹ ਕੇ ਆਉਂਦੀ ਹੈ, ਪਿੱਛੇ ਜੋ ਮਰਜ਼ੀ ਉੱਪਰ ਜਿਹਦੇ ਨਾਲ ਵਿਆਹੀ ਗਈ ਉਹਦੀ ਹੀ ਜਿਹੜੀ ਜੋ ਯਾਦ ਜੋ ਗੋਤ ਉਹਦੀ ਹੈ ਉਹੀ ਬਾਅਦ ਚੱਲਦੀ ਹੈ। ਜੇ ਅਸੀਂ ਗੁਰੂ ਨਾਲ ਵਿਆਹੇ ਗਏ ਹਾਂ, ਜੇ ਸਾਡਾ ਗੁਰੂ ਨਾਲ ਰਿਸ਼ਤਾ ਹੋ ਗਿਆ, ਗੁਰੂ ਨਾਲ ਸਾਡਾ ਨਾਤਾ ਹੋ ਗਿਆ, ਤੇ ਜੇ ਅਸੀਂ ਫਿਰ ਵੀ ਅਜੇ ਆਪਣੀਆਂ ਜਾਤਾਂ ਪਾਤਾਂ ਨੂੰ ਅਜੇ ਚੁੱਕੀ ਫਿਰਦੇ ਹਾਂ, ਯਾਦ ਰੱਖਦੇ ਹਾਂ, ਤੇ ਫਿਰ ਕਹਿੰਦੇ ਕਿ ਸਾਡੇ ਤੋਂ ਕੋਈ ਖੋਟੇ ਕਰਮ ਵਾਲਾ ਕੋਈ ਹੈ ਹੀ ਨਹੀਂ। ਕਹਿੰਦੇ ਇਹ ਤੇ ਸਿਰਫ ਅਲੱਗ-ਅਲੱਗ ਉਹਨੇ ਕੋਈ ਜਿਸ ਤਰ੍ਹਾਂ ਮਿੱਟੀ ਦੇ ਕੋਈ ਭਾਂਡੇ ਵੱਖਰੇ ਵੱਖਰੇ ਘੁਮਿਆਰ ਨੇ ਘੜ ਦਿੱਤੇ ਨੇ, ਇਸੇ ਤਰ੍ਹਾਂ ਕੋਈ ਛੋਟਾ, ਕੋਈ ਲੰਬਾ, ਕੋਈ ਮੋਟਾ, ਕੋਈ ਪਤਲਾ, ਕੋਈ ਗੋਰਾ, ਕੋਈ ਕਾਲਾ, ਕੋਈ ਕਿਸ ਤਰ੍ਹਾਂ ਬਣਾ ਦਿੱਤੇ ਹਨ। ਪਰ ਇਹਦੇ ਵਿੱਚ ਕੋਈ ਮਾਣ ਵਡਿਆਈ ਕਰਨ ਵਾਲੀ ਕੋਈ ਚੀਜ਼ ਹੈ ਨਹੀਂ। ਕੋਈ ਵੀ ਮਾਣ ਕਰਨਾ ਆਪਣੇ ਸਤਿਗੁਰਾਂ ਦਾ ਕਰੀਏ, ਅਸੀਂ ਉਹਦੇ ਬੱਚੇ ਹਾਂ। ਇਸ ਤੋਂ ਇਲਾਵਾ ਹੋਰ ਕੋਈ ਵੀ ਜਿਹੜੇ ਝੂਠੇ ਮਾਣ ਨੇ ਉਹ ਸਾਨੂੰ ਡੁਬੋ ਦਿੰਦੇ। ਹਾਂਜੀ। ਮਾਟੀ ਏਕ ਸਗਲ ਸੰਸਾਰਾ, ਬੋਬਿਦ ਪਾਂਡੇ ਕੜੇ ਕੁਮਾਰਾ, ਪੰਚ ਤਤ ਮਿਲ ਦੇਹੀ ਕਾ ਆਕਾਰਾ, ਘਟ ਵੱਧ ਕੋ ਕਰੇ ਵਿਚਾਰਾ। ਕਹਿੰਦੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਜਿਹੜੀ ਦੇਹ ਬਣੀ ਹੈ ਪੰਜ ਤੱਤ ਦੀ ਬਣੀ ਹੈ। ਜੇ ਪੰਜ ਤੱਤ ਦੀ ਦੇਹ ਬਣੀ ਹੈ ਤੇ ਫਿਰ ਇਹਦੇ ਵਿੱਚ ਵੱਧ ਘੱਟ ਕਿਸ ਤਰ੍ਹਾਂ ਹੋ ਗਿਆ? ਕੋਈ ਇਸ ਤਰ੍ਹਾਂ ਹੋ ਸਕਦਾ ਹੈ ਕਿ ਅਲੱਗ-ਅਲੱਗ ਜਾਤ ਦੇ ਵਿੱਚ ਕੋਈ ਵੱਧ ਤੱਤ ਪਏ ਹੋਣ? ਕੋਈ ਜਿਹੜੇ ਨੀਚ ਨੇ ਉਹਨਾਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਨੀਚ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਛੋਟੀ ਜਾਤ ਦਾ ਕਹਿੰਦੇ ਹਾਂ, ਉਹਨਾਂ ਦੇ ਵਿੱਚ ਕੋਈ ਘੱਟ ਤੱਤ ਹੋਣ, ਤੇ ਜਿਹੜੇ ਜਿਨ੍ਹਾਂ ਨੂੰ ਅਸੀਂ ਉੱਚੀ ਜਾਤ ਦਾ ਕਹਿੰਦੇ ਹਾਂ ਉਹਦੇ ਵਿੱਚ ਕੋਈ ਜ਼ਿਆਦਾ ਤੱਤ ਹੋਣ? ਕੋਈ ਜਦੋਂ ਸਾਰਿਆਂ ਦੇ ਵਿੱਚ ਇੱਕੋ ਜਿਹੇ ਤੱਤ ਨੇ, ਤੇ ਕਹਿੰਦੇ ਕਿ ਇਹ ਜਿਹੜਾ ਵਿਚਾਰ ਆਉਣਾ ਹੀ ਸਾਡੀ ਮੂਰਖਤਾ ਹੈ। ਮੈਂ ਕਿ ਪੰਜ ਤੱਤ ਮਿਲ ਦੇਹੀ ਕਾ ਆਕਾਰਾ, ਘੱਟ ਵੱਧ ਕੋ ਕਰੇ ਵਿਚਾਰਾ। ਸਭ ਕੁਝ ਜਾਣਦੇ ਹੋਏ ਵੀ ਅਸੀਂ ਮੂਰਖ ਬਣਦੇ ਹਾਂ। ਔਰ ਇਹੋ ਹੀ ਚੀਜ਼ਾਂ ਸਰ ਦਾਦੂ ਸਾਹਿਬ ਨੇ ਕਿਹਾ ਕਿ ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ, ਕਿਤੇ ਸੌਦਾ ਕਰ ਗਏ ਪੰਸਾਰੀ ਦੇ ਹੱਟ। ਸਾਡੇ ਵਰਗੇ ਕਈ ਆਏ, ਕਈ ਚਲੇ ਗਏ, ਪਰ ਉਹ ਪਰਮਾਤਮਾ ਹੈ, ਉਹ ਸਦਾ ਰਹਿਣ ਵਾਲਾ ਹੈ। ਉਹਦਾ ਜੋ ਬਣਾਇਆ, ਜੋ ਵੀ ਉਹਦੀ ਬਣਾਈ ਚੀਜ਼ ਹੈ ਉਹ ਹੀ ਰਹਿਣ ਵਾਲੀ। ਇਹ ਜਿਹੜੀ ਬਾਹਰ ਦੀ ਕਾਲ ਦੀ ਜਿਹੜੀ ਦੇ ਦਿੱਤੀ ਹੈ, ਇਹ ਜਿਹੜੀ ਜੰਮਦੀ ਹੈ ਮਰਦੀ ਹੈ। ਜਿਹੜੀ ਉਹਦੀ ਅੰਸ਼ ਹੈ, ਪਰਮਾਤਮਾ ਦੀ ਜੋ ਅੰਸ਼ ਹੈ, ਆਤਮਾ ਹੈ, ਉਹ ਕਦੀ ਮਰਦੀ ਨਹੀਂ, ਕਦੀ ਜੰਮਦੀ ਨਹੀਂ। ਉਹਦੇ ਉੱਤੇ ਅਸੀਂ ਕੋਈ ਨਾ ਕੋਈ ਅਸੀਂ ਮਾਣ ਕਰੀਏ ਕਿ ਹਾਂ ਬਈ ਅਸੀਂ ਆਤਮਾ ਹੈ, ਅਸੀਂ ਸੁਰਤ ਹੈ। ਇਹੋ ਹੀ ਮਾਣ ਬੜਾ ਵੱਡਾ ਹੈ ਕਿ ਅਸੀਂ ਪਰਮਾਤਮਾ ਦੇ ਅੰਸ਼ ਹੈ। ਇਸ ਤੋਂ ਇਲਾਵਾ ਝੂਠੇ ਮਾਣ ਜਿਹੜੇ ਨੇ ਉਹ ਕੋਈ ਵੀ ਸਾਡੇ ਵਾਸਤੇ ਕੋਈ ਬੜੀ ਫਕਰ ਦੀ ਗੱਲ ਨਹੀਂ। ਹਾਂਜੀ। ਪੰਚ ਤਤ ਮਿਲ ਦੇਹੀ ਕਾ ਆਕਾਰਾ, ਘਟ ਵੱਧ ਕੋ ਕਰੇ ਵਿਚਾਰਾ। ਕਹਿਤ ਨਾਨਕ ਇਹੋ ਜਿਉ ਕਰਮ ਬੰਦ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹੁਣ ਸਭ ਕੁਝ ਸਮਝਾ ਕੇ ਤੇ ਲਾਸਟ ਸਾਨੂੰ ਫਿਰ ਉਸੇ ਹੀ ਚੀਜ਼ ਤੇ ਮੇਰੇ ਨਿਸ਼ਾਨੇ ਤੇ ਲੈ ਕੇ ਆ ਰਹੇ।
ਆਉਂਦੇ ਨੇ, ਕਹਿਤ ਨਾਨਕ ਇੱਕ ਜੀਓ ਕਰਮ ਬੰਦ ਹੋਈ। ਕਹਿੰਦੇ ਕਿ ਇਹ ਜਿਹੜੇ ਜਿੰਨੇ ਵੀ ਜੀਵ ਨੇ, ਅਸੀਂ ਜਿੰਨੇ ਵੀ ਇੱਥੇ ਦੇਖ ਰਹੇ ਹਾਂ, ਇਹ ਆਪਣੇ ਕਰਮਾਂ ਦੇ ਵਜੇ ਇੱਥੇ ਆਏ, ਕਰਮਾਂ ਦੇ ਬੰਧਨ ਨਾਲ ਹੋਏ ਨੇ। ਜੇ ਕਿਸੇ ਨੇ ਸ਼ੁਭ ਕਰਮ ਕੀਤੇ ਨੇ, ਕੋਈ ਥੋੜਾ ਅਮੀਰ ਬਣ ਗਿਆ, ਕੋਈ ਥੋੜਾ ਜਿਹਨੇ ਕੋਈ ਜਿਹਦੇ ਕੋਈ ਐਸੇ ਕਰਮ ਨੇ, ਕੋਈ ਦੁੱਖ ਵਾਲੇ ਨੇ, ਉਹ ਥੋੜਾ ਕੋਈ ਥੱਲੇ ਆ ਗਿਆ, ਪਰ ਹੈ ਤੇ ਸਾਰੇ ਹੀ ਪੰਜ ਤੱਤ ਦੇ ਬੜੇ ਨੇ। ਉਹਨਾਂ ਦੀ ਮੁਕਤੀ ਵੀ ਇੱਕੋ ਤਰ੍ਹਾਂ ਹੀ ਹੋਣੀ ਹੈ। ਇਹ ਨਹੀਂ ਹੈ ਕਿ ਇਹ ਜਿਸ ਤਰ੍ਹਾਂ ਅਸੀਂ ਕਾਰਾਂ 'ਚ ਸਫ਼ਰ ਕਰਦੇ ਹਾਂ ਜਾਂ ਆਪਣਾ ਟ੍ਰੇਨਾਂ 'ਚ ਸਫ਼ਰ ਕਰਦੇ ਹਾਂ, ਜਹਾਜ਼ 'ਚ ਸਫ਼ਰ ਕਰਦੇ ਹਾਂ, ਉਹਦੇ 'ਚ ਅਲੱਗ ਅਲੱਗ ਕਲਾਸ ਹੁੰਦੀ ਹੈ, ਫਸਟ ਕਲਾਸ ਹੈ, ਸੈਕੰਡ ਕਲਾਸ, ਥਰਡ ਕਲਾਸ ਹੈ। ਹੁਣ ਟ੍ਰੇਨ 'ਚ ਅਸੀਂ ਲੈਂਦੇ ਹਾਂ, ਕੋਈ ਏਸੀ ਡੱਬਾ ਹੈ, ਕੋਈ ਦੂਸਰਾ ਜਨਰਲ ਡੱਬਾ ਹੈ। ਪੈਸੇ ਖਰਚੇ ਨੇ, ਜਿੰਨੇ ਕੋਈ ਵੱਧ ਖਰਚੇ ਨੇ, ਉਹਨੂੰ ਕੋਈ ਫਸਟ ਕਲਾਸ 'ਚ ਟਿਕਟ ਮਿਲ ਗਈ ਹੈ, ਉਹ ਅੱਗੇ ਕੋਈ ਐਸਾ ਏਸੀ ਡੱਬਾ ਹੈ, ਉਹ 'ਚ ਸੀਟਾਂ ਬੜੀਆਂ ਵਧੀਆ ਸੋਫੇ ਵਾਲੀਆਂ ਸੀਟਾਂ ਲੱਗੀਆਂ ਨੇ। ਜਿਹੜਾ ਕੋਈ ਦੂਸਰਾ ਹੈ ਸੈਕੰਡ ਕਲਾਸ ਹੈ, ਉਹਦੇ ਵਿੱਚ ਕੋਈ ਏਸੀ ਘੱਟ ਨੇ ਜਾਂ ਸੀਟਾਂ ਥੋੜ੍ਹੀਆਂ ਟਾਈਟ ਨੇ। ਜਿਹੜਾ ਕੋਈ ਜਨਰਲ ਜਿਹਦੇ 'ਚ ਬਿਲਕੁਲ ਘੱਟ ਟਿਕਟ ਹੈ, ਉਹਦੇ ਵਿੱਚ ਕੋਈ ਰਸ਼ ਪਿਆ ਹੈ, ਕੋਈ ਕਿਸੇ ਨੂੰ ਸੀਟ ਮਿਲਦੀ, ਕਿਸੇ ਨੂੰ ਨਹੀਂ ਮਿਲਦੀ। ਪਰ ਟ੍ਰੇਨ ਚੱਲੀ ਤੇ ਇੱਕੋ ਟਾਈਮ 'ਤੇ ਹੀ ਹੈ ਸਾਰੀ, ਉਹਦੇ ਵਿੱਚ ਅਲੱਗ ਅਲੱਗ ਡਿਪਾਰਟਮੈਂਟ ਨੇ, ਚੱਲੀ ਇੱਕੋ ਟਾਈਮ 'ਤੇ, ਪਹੁੰਚਣੀ ਉਹਨਾਂ ਇੱਕੋ ਟਾਈਮ 'ਤੇ। ਕੋਈ ਇਹ ਨਹੀਂ ਹੈ ਕਿ ਕੋਈ ਜਿਹੜਾ ਜਿਹਨੇ ਕੋਈ ਫਸਟ ਕਲਾਸ ਦੀ ਲਈ ਉਹਨੇ ਕੋਈ ਪਹਿਲਾਂ ਪਹੁੰਚ ਜਾਣਾ ਹੈ, ਜਿਹੜਾ ਦੂਸਰੀ ਸੈਕੰਡ ਕਲਾਸ ਦੀ ਉਹਨੇ ਬਾਅਦ 'ਚ ਪਹੁੰਚਣਾ। ਜਹਾਜ਼ 'ਚ ਜਾਂਦੇ ਆ, ਟ੍ਰੇਨ 'ਚ ਜਾਂਦੇ ਆ, ਚਾਹੇ ਕੋਈ ਵੀ ਹੈ, ਪਹੁੰਚਣੀ ਤੇ ਇੱਕੋ ਟਾਈਮ 'ਤੇ ਹੀ ਹੈ। ਇਸੇ ਤਰ੍ਹਾਂ ਹੀ ਉਹ ਕਹਿੰਦੇ ਕਿ ਇੱਕ ਕਰਮਾਂ ਦੇ ਵੱਜੇ ਹੋਏ ਜਿਹੜਾ ਜੀਵ ਅਸੀਂ ਆਏ ਹਾਂ ਇੱਥੇ ਆਣ ਕੇ, ਕੁਝ ਨਾ ਕੁਝ, ਕੋਈ ਕਿਸੇ ਘਰ 'ਚ ਕਿਸੇ ਨੇ ਜਨਮ ਲੈ ਲਿਆ, ਕਿਸੇ ਨੇ ਕਿਸੇ ਘਰ 'ਚ ਜਨਮ ਲੈ ਲਿਆ, ਉਹਦੇ ਹਿਸਾਬ ਦੇ ਨਾਲ ਸਾਨੂੰ ਅਸੀਂ ਆਪਣੇ ਆਪ ਨੂੰ ਮੋਹਰਾਂ ਲਗਾ ਲਈਆਂ ਕਿ ਮੈਂ ਉੱਚ ਬਣ ਗਿਆ, ਮੈਂ ਨੀਚ ਬਣ ਗਿਆ। ਜਿਹਨੇ ਬ੍ਰਾਹਮਣ ਦੇ ਘਰ ਜਨਮ ਲੈ ਲਿਆ, ਕਰਮ ਭਾਵੇਂ ਉਹਦੇ ਬਿਲਕੁਲ ਭਾਵੇਂ ਥੱਲੇ ਦੇ ਹੋਣ, ਪਰ ਉਹ ਆਪਣੇ ਆਪ ਨੂੰ ਬ੍ਰਾਹਮਣ ਸਮਝਣ ਲੱਗ ਪਿਆ। ਜਿਹੜਾ ਨੀਚ ਹੈ ਉਹ ਸੋਚਦਾ ਹੈ ਕਿ ਸ਼ਾਇਦ ਮੈਂ ਨੀਚ ਦੇ ਘਰ ਜਨਮ ਲੈ ਲਿਆ, ਨਹੀਂ ਮੇਰੀ ਤੇ ਬਸ ਮੈਨੂੰ ਤੇ ਕਿਸੇ ਚੀਜ਼ ਦਾ ਹੱਕ ਹੀ ਨਹੀਂ ਹੈ। ਬਸ ਇਹਨਾਂ ਚੀਜ਼ਾਂ ਨੂੰ ਹੀ ਲੈ ਕੇ ਤੇ ਉਹ ਜਿਹੜੀ ਆ ਆਪਣੇ ਮਨ ਦੀ ਹਾਲਤ ਜਿਹੜੀ ਆ ਉਹ ਬਸ ਉਹ ਬਦਲਦੀ ਰਹਿੰਦੀ। ਪਰ ਕਹਿੰਦੇ ਕਿ ਭਾਵੇਂ ਕੋਈ ਵੀ, ਅੱਗੇ ਉਹਨੇ ਫਰਮਾਇਆ ਕਿ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਏ। ਕੋਈ ਵੀ ਹੈ, ਚਾਹੇ ਉੱਚ ਹੈ, ਚਾਹੇ ਕੋਈ ਨੀਚ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕਿਸੇ ਨੇ ਕਿਸੇ ਘਰ 'ਚ ਜਨਮ ਲਿਆ ਹੈ, ਕਿਸੇ ਨੇ ਕਿਸੇ ਘਰ 'ਚ ਜਨਮ ਲਿਆ ਹੈ, ਇਹਦੀ ਕੋਈ ਵਡਿਆਈ ਨਹੀਂ। ਇਹ ਸਤਿਗੁਰਾਂ ਦੇ ਸਤਸੰਗ ਸੁਣੇ ਨੇ, ਉਹਦੇ 'ਚ ਉਹਨਾਂ ਸਭ ਖੋਲ ਕੇ ਦੱਸਿਆ ਹੈ। ਅੱਛੇ ਅੱਛੇ ਕੁਲਾਂ ਦੇ ਵਿੱਚ ਜਨਮ ਲੈ ਕੇ, ਅੱਛੀ ਅੱਛੀ ਇੱਥੇ ਪਦਵੀ ਲੈ ਕੇ ਵੀ ਉਹਨੇ ਕਿਹਾ ਕਿ ਫਿਰ ਗਧੇ ਦੀ ਜੂਨ 'ਚ ਪਈ। ਅੱਜ ਉਹ ਰਾਜਾ ਮਹਾਰਾਜਾ ਹੈ, ਅੱਛੇ ਕੁਲ ਦੇ ਵਿੱਚ ਰਾਜ ਘਰਾਣੇ 'ਚ ਉਹਨੇ ਜਨਮ ਲਿਆ ਹੈ, ਪਰ ਉਹ ਗੁਰੂ ਦੀ ਭਗਤੀ ਤੋਂ ਬਗੈਰ ਜੇ ਉਹ ਨਹੀਂ ਕੀਤੀ, ਉਹ ਵਚਨ ਨਹੀਂ ਮੰਨਿਆ, ਤੇ ਉਹ ਜਿਹੜਾ ਅਗਲੀ ਜੂਨ ਦੇ ਵਿੱਚ ਗਧਾ ਬਣਿਆ। ਰਾਣੀ ਇਹਦਾ ਵੀ ਇੱਕ ਸਤਿਗੁਰਾਂ ਨੇ ਇੱਕ ਸਾਸਨ ਵਿੱਚ ਦੇਖਿਆ ਕਿ ਗੁਰੂ ਕੀ ਭਗਤ ਬਿਨ ਰਾਣੀ ਨਾ ਕੁਕਰੀ ਹੋਏ, ਗਲੀ ਗਲੀ ਭੌਂਕਤ ਫਿਰੇ ਟੂਕ ਨਾ ਡਰੇ ਕੋਈ। ਕਿ ਅੱਜ ਉਹ ਰਾਣੀ ਮਾਇਨੀਆਂ ਨੌਕਰਾਨੀਆਂ ਉਹਦੇ ਅੱਗੇ ਪਿੱਛੇ ਘੁੰਮਦੀਆਂ ਫਿਰਦੀਆਂ ਨੇ, ਪਰ ਆਪਣੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਆਪਣਾ ਟਾਈਮ ਕੱਢ ਲਿਆ। ਉਹ ਜਿਹੜਾ ਗੁਰੂ ਦਾ ਵਚਨ ਨਹੀਂ ਮੰਨਿਆ ਗਿਆ, ਤੇ ਅਗਲੇ ਜਨਮ ਦੇ ਵਿੱਚ ਉੱਥੇ ਹੀ ਮਹਿਲ ਦੇ ਲਾਗੇ ਕਹਿੰਦੇ ਆ ਕਿ ਉਹਦੇ 'ਚ ਜਨਮ ਚਾਹੀ, ਕੁੱਤੇ ਦੇ ਜਨਮ 'ਚ, ਤੇ ਭੌਂਕਦੀ ਫਿਰਦੀ ਉਹ ਹੀ ਰਾਣੀਆਂ ਜਿਹੜੀਆਂ ਉਹਦੀਆਂ ਨੌਕਰਾਨੀਆਂ ਨੂੰ ਸੋਟਾ ਮਾਰ ਕੇ ਬਾਹਰ ਕੱਢੀ ਜਾਂਦੀਆਂ ਪਈਆਂ। ਮੈਨੂੰ ਕਿਹਾ ਕਿ ਬਈ ਬਿਨਾਂ ਸਤਿਗੁਰ ਦੇ ਵਚਨ ਤੇ ਚੱਲਿਆ, ਬਿਨਾਂ ਸਤਿਗੁਰ ਦੇ ਅੰਦਰ ਅਸੀਂ ਦਰਸ਼ਨ ਕੀਤਿਆਂ ਅਸੀਂ ਮੁਕਤੀ ਨਹੀਂ ਪਾ ਸਕਦੇ। ਬੁੱਲੇ ਸ਼ਾਹ ਨੇ ਫਰਮਾਇਆ, ਕਹਿੰਦਾ ਅਮਲਾਂ ਤੇ ਹੋਣਗੇ ਨੇੜੇ ਖੜੇ ਰਹਿਣਗੀਆਂ ਜਾਤਾਂ। ਇਹਦੇ ਨਾਲ ਕੋਈ ਮਾਨ ਘਰ ਕਰਨ ਵਾਲੀ ਕੋਈ ਚੀਜ਼ ਹੀ ਨਹੀਂ ਹੈ। ਅਸੀਂ ਕਿ ਜਿੱਥੇ ਮਰਜ਼ੀ ਅਸੀਂ ਕੋਈ ਹੋਇਆ ਜਨਮ ਲਿਆ ਹੋਵੇ, ਜਿਹੜੀ ਮਰਜ਼ੀ ਸਾਡੀ ਜਾਤ ਗੋਤਰ ਹੋਵੇ, ਜਿੰਨਾ ਮਰਜ਼ੀ ਅਸੀਂ ਅਮੀਰ ਹੋਈਏ, ਕੋਈ ਇਹਦੇ ਨਾਲ ਕੋਈ ਸਾਨੂੰ ਉੱਥੇ ਕੋਈ ਰਿਆਤ ਨਹੀਂ ਮਿਲਦੀ। ਇਹ ਕਰਮ ਭੂਮੀ ਹੈ, ਕਰਮਾਂ ਦੇ ਭੁਗਤਾਨ ਵਾਸਤੇ ਅਸੀਂ ਜਨਮ ਲਿਆ ਹੈ। ਤਾਂ ਹੀ ਸਤਿਗੁਰਾਂ ਨੇ ਫਰਮਾਉਣਾ ਕਿ ਸ਼ੁਭ ਕਰਮ ਜਾਂ ਕੋਈ ਜਿਹੜੇ ਸ਼ੁਭ ਕਰਮ ਨੇ ਇਹ ਸਾਨੂੰ ਮੁਕਤੀ ਨਹੀਂ ਦੇ ਸਕਦੇ। ਸ਼ੁਭ ਕਰਮ ਦੇ ਨਾਲ ਹਾਂ ਠੀਕ ਹੈ, ਕੋਈ ਥੋੜਾ ਜਿਹਾ ਜ਼ਿਆਦਾ ਸੁਖੀ ਦਿਸਦਾ ਹੈ, ਕੋਈ ਜ਼ਿਆਦਾ ਦੁਖੀ ਦਿਸਦਾ ਹੈ। ਟਾਈਮ ਇੱਕੋ ਜਿਹਾ ਸਭ ਤੋਂ ਇੱਕੋ ਜਿਹਾ ਚੱਲ ਰਿਹਾ ਹੈ। ਗਰਮੀ ਹੈ ਤੇ ਗਰਮੀ ਸਾਰਿਆਂ ਵਾਸਤੇ, ਸਰਦੀ ਸਰਦੀ ਸਾਰਿਆਂ ਵਾਸਤੇ ਆ। ਥੋੜੇ ਉਹ ਜਿਹੜੀਆਂ ਬਾਹਰ ਦੀਆਂ ਸੁਵਿਧਾਵਾਂ ਜਿਹੜੀਆਂ ਥੋੜ੍ਹੀਆਂ ਜ਼ਿਆਦਾ ਵੱਧ ਗਈਆਂ ਕਰਮਾਂ ਦੇ ਮੁਤਾਬਕ। ਪਰ ਜੇ ਅਸੀਂ ਮੁਕਤ ਚਾਹੁੰਦੇ ਹਾਂ
ਕਿ ਜਾके ਆਪਣੇ ਘਰ ਦੇ ਵਿੱਚ ਵਾਪਸ ਚਲੇ ਜਾਈਏ, ਆਪਣੇ ਸਤਿਗੁਰਾਂ ਦੇ ਨਾਲ ਸਾਡਾ ਮੇਲ ਹੋ ਜਾਵੇ। ਤੇ ਫਿਰ ਉਹਨੇ ਕਿਹਾ ਕਿ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਚਾਹੇ ਕੋਈ ਵੀ ਹੈ, ਕਿਸੇ ਵੀ ਸਟੇਜ ਦੇ ਉੱਤੇ ਆ, ਸਤਿਗੁਰਾਂ ਦੇ ਬਚਨ ਦੇ ਵਿੱਚ ਆਵੇ, ਉਹਨਾਂ ਦੀ ਸ਼ਰਨ ਦੇ ਵਿੱਚ ਆਵੇ। ਕਿ ਸ਼ਰਨ ਮੈਂ ਆ ਜਾ ਨਿਹੂ ਸੰਭਾਲ, ਭਾਵੇਂ ਕੋਈ ਵੀ ਹੋਵੇ। ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਕਿ ਆਹ ਅਮੀਰ ਆਏਗਾ, ਗਰੀਬ ਆਏਗਾ, ਉਹ ਉੱਚੀ ਜਾਤ ਦਾ, ਕੋਈ ਨੀਵੀਂ ਜਾਤ ਦਾ, ਤੇ ਮੈਂ ਉਹਨੂੰ ਬਾਹਰ ਕਰ ਦਾਂਗਾ, ਨਹੀਂ। ਹਰ ਇੱਕ ਬਾਤ ਕਹਿੰਦੇ ਸ਼ਰਨ ਮੈਂ ਆ ਜਾ ਨਿਹੂ ਸੰਭਾਲ। ਕੋਈ ਵੀ ਹੋਵੇ ਜਿਹੜਾ ਸ਼ਰਨ ਚ ਆ ਗਿਆ, ਜੈਸਾ ਤੈਸਾ ਪਾਤ ਕੀ ਆਇਆ ਗੁਰੂ ਕੀ ਓਟ, ਗੁਰੂ ਗਾਂਠੀ ਬਾਂਧੇ ਸ਼ਬਦ ਕੀ ਫਿਰਨੀ ਪਰਖੇ ਕੋਟ। ਪਰ ਸਤਿਗੁਰਾਂ ਦੀ ਓਟ ਹੋਵੇ ਤੇ ਸਹੀ। ਸਾਨੂੰ ਤੇ ਓਟ ਸੰਸਾਰ ਦੀ ਹੈ, ਸਾਨੂੰ ਤੇ ਓਟ ਜਾਤਾਂ ਪਾਤਾਂ ਦੀ ਹੈ, ਸਾਨੂੰ ਓਟ ਮਾਇਆ ਦੀ ਹੈ, ਬਾਹਰਲਿਆਂ ਦੇ ਸਾਡੇ ਜਿੰਨੇ ਵੀ ਸਾਡੇ ਬਾਹਰ ਰਿਸ਼ਤੇ ਨਾਤੇ ਨੇ ਉਹਨਾਂ ਦੀ ਹੈ। ਜੇ ਗੁਰੂ ਦੀ ਓਟ ਹੋਏਗੀ ਤੇ ਫਿਰ ਬਈ ਕੋਈ ਡਰ ਨਹੀਂ ਹੈ ਕਿਸੇ ਚੀਜ਼ ਦਾ। ਤੇ ਮੇਨ ਨਿਸ਼ਾਨਾ ਕੀ ਉਹਨਾਂ ਦਾ ਕਿ ਕਿਸੇ ਵੀ ਚੀਜ਼ ਦਾ ਹੰਕਾਰ ਜਿਹੜਾ ਹੈ, ਜਿਸ ਤਰ੍ਹਾਂ ਸਵਾਮੀ ਨੇ ਫਰਮਾਇਆ ਕਿ ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਾ ਪੜਨਾ। ਕਹਿੰਦੇ ਕਿ ਕਿਸੇ ਵੀ ਚੀਜ਼ ਦਾ ਮਾਨ ਹੰਕਾਰ ਲੈ ਕੇ ਨਾ ਅਸੀਂ ਤੁਰੇ ਫਿਰੀਏ। ਅਸੀਂ ਆਮ ਦੇਖਦੇ ਹਾਂ ਬਾਹਰ ਕਿਸ ਤਰ੍ਹਾਂ ਸੁਸਾਇਟੀਆਂ ਦੇ ਵਿੱਚ ਕੋਈ ਐ ਤੁਰ ਰਿਹਾ, ਕੋਈ ਕਿਸੇ ਤਰ੍ਹਾਂ ਕੋਈ ਮਤਲਬ ਕੀ ਕਰ ਰਿਹਾ, ਪਰ ਉਹਦਾ ਕੋਈ ਫਾਇਦਾ ਕੋਈ ਨਹੀਂ ਹੋਣਾ। ਜੇ ਅਸੀਂ ਆਪਣੇ ਆਪ ਨੂੰ ਸਤਸੰਗੀ ਕਹਿੰਦੇ ਹਾਂ, ਆਪਣੇ ਆਪ ਨੂੰ ਸੇਵਕ ਕਹਿੰਦੇ ਹਾਂ, ਆਪਣੇ ਆਪ ਨੂੰ ਸ਼ੇਸ਼ ਕਹਿੰਦੇ ਹਾਂ, ਤੇ ਫਿਰ ਜੋ ਗੁਰੂ ਦਾ ਬਚਨ ਹੈ ਉਹਦੇ ਵੱਲ ਧਿਆਨ ਦੇਈਏ, ਉਹਨੂੰ ਆਪਣੇ ਰਾਸ਼ੀ ਤੇ ਰੱਖੀਏ। ਜੇ ਸਤਿਗੁਰਾਂ ਦਾ ਉਹ ਜਿਹੜਾ ਬਚਨ ਜਿਹੜਾ ਆਪਾਂ ਸ਼ੀਸ਼ ਤੇ ਰੱਖ ਕੇ ਚੱਲ ਰਹੇ ਹਾਂ, ਤੇ ਫਿਰ ਕਹਿੰਦੇ ਕਿ ਕੋਈ ਇਹਨੂੰ ਡਰ ਨਹੀਂ। ਹਰ ਇੱਕ ਸਤਸੰਗ ਦੇ ਵਿੱਚ ਸਾਨੂੰ ਕੋਈ ਨਾ ਕੋਈ ਸੇਧ ਦਿੱਤੀ ਜਾਂਦੀ ਹੈ। ਕੋਈ ਇਹ ਨਹੀਂ ਕਿ ਕੋਈ ਵੱਖਰੀਆਂ ਕੋਈ ਕਹਾਣੀਆਂ ਜਾਂ ਕੋਈ ਵੱਖਰੇ ਸਮੇਂ ਦੀ ਕੋਈ ਜਿਸ ਤਰ੍ਹਾਂ ਕੋਈ ਬਾਣੀ, ਜਿਸ ਤਰ੍ਹਾਂ ਕਦੀ ਸਵਾਮੀ ਜੀ ਦੀ ਹੈ, ਕਦੀ ਕੋਈ 10 ਪਾਤਸ਼ਾਹੀਆਂ ਦੇ ਵਿੱਚੋਂ ਕਿਸੇ ਦੀ ਕੋਈ ਬਾਣੀ ਲਈ ਜਾਂਦੀ ਹੈ। ਉਹਦਾ ਮਤਲਬ ਸਿਰਫ ਇਹ ਹੁੰਦਾ ਕਿ ਸਾਨੂੰ ਪਤਾ ਚੱਲੇ ਕਿ ਨਹੀਂ, ਚਾਹੇ ਕੋਈ ਵੀ ਸੰਤ ਸਤਿਗੁਰੂ ਹੋਏ ਨੇ, ਕਿਸੇ ਵੀ ਸਮੇਂ ਤੇ ਹੋਏ ਨੇ, ਸੰਦੇਸ਼ ਸਾਰਿਆਂ ਦਾ ਇੱਕੋ ਹੀ ਹੈ। ਜਿਸ ਤਰ੍ਹਾਂ ਪਹਿਲਾਂ ਕਿ ਪਲਟੂ ਸਾਹਿਬ ਨੇ ਮਾਇਆ कि पलटू ऊंची जात का जन कोई करे अहंकार, साहिब के दरबार में केवल भगत प्यार। कोई ਇੱਕੋ ਹੀ ਚੀਜ਼ ਜਿਹੜੀ ਹੈ ਸਾਨੂੰ ਜ਼ਿਆਦਾ ਦੱਸਦੇ ਨੇ ਕਿ ਬਈ ਆਪਣੇ ਮਨ ਦੇ ਵਿੱਚ ਪਿਆਰ ਰੱਖ ਕੇ ਭਗਤੀ ਕਰੀਏ। ਜੇ ਸਾਡੇ ਅੰਦਰ ਪਿਆਰ ਨਹੀਂ ਹੈ, ਸਾਡੇ ਅੰਦਰ ਪਿਆਰ ਦੀ ਥਾਂ ਤੇ ਹੰਕਾਰ ਹੈ, ਤੇ ਫਿਰ ਸਾਡੀ ਕੋਈ ਭਗਤੀ ਨਹੀਂ, ਫਿਰ ਸਾਡੀ ਕੋਈ ਸੇਵਾ ਨਹੀਂ, ਫਿਰ ਕੋਈ ਸਾਡਾ ਸਿਮਰਨ ਨਹੀਂ। ਸਤਿਗੁਰ ਦਇਆ ਕਿਰਪਾ ਕਰਨ। ਇਸ ਤਰ੍ਹਾਂ ਹਰ ਵਾਰੀ ਉਹਨਾਂ ਦੇ ਅੱਗੇ ਬੇਨਤੀ ਕਰੀਦੀ ਚਰਨਾਂ ਦੇ ਵਿੱਚ ਕਿ ਸਾਨੂੰ ਆਪਣਾ ਭਾਵ ਭਰੋਸਾ ਬਖਸ਼ਣ, ਆਪਣੇ ਵਚਨਾਂ ਤੇ ਚੱਲਣ ਦਾ ਬਲ ਬਖਸ਼ਣ। ਪਰ ਇਹ ਵੀ ਇੱਕ ਸੱਚਾਈ ਹੈ, ਸਤਿਗੁਰ ਤੇ ਹਮੇਸ਼ਾ ਦਇਆਵਾਨ ਨੂੰ ਦਇਆ ਕਰਦੇ ਹੀ ਨੇ। ਉਹ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਰੱਖਦੇ ਕਿ ਕੋਈ ਕਿਵੇਂ ਆਹ ਬੱਚਿਆਂ ਨੂੰ ਅਸੀਂ ਅੱਗੇ ਲੈ ਜਾਈਏ, ਆਹ ਬੱਚਿਆਂ ਨੂੰ ਅਸੀਂ ਪਿੱਛੇ ਲੈ ਜਾਈਏ, ਜਾਂ ਇਹਨੂੰ ਪਿਆਰ ਕਰੀਏ, ਇਹਨੂੰ ਪਿਆਰ ਨਾ ਕਰੀਏ। ਪਰ ਅਸੀਂ ਆਪਣੇ ਜਿਸ ਤਰ੍ਹਾਂ ਬਾਹਰ ਧੁੱਪ ਲੱਗੀ ਹੈ ਜਾਂ ਬਾਰਿਸ਼ ਹੋ ਰਹੀ ਹੈ, ਗਰਮੀ ਦਾ ਮੌਸਮ ਹੈ, ਬਾਰਿਸ਼ ਹੋ ਰਹੀ ਹੈ, ਇੱਕ ਤਾਂ ਬਾਹਰ ਪੂਰਾ ਪੇਕ ਨੇ ਆਪਣਾ ਜਿਸ ਤਰ੍ਹਾਂ ਛਾਤਾ ਸਿਰ ਤੇ ਲਿਆਏ, ਉਹ ਜਿੰਨੀ ਦੇਰ ਮਰਜ਼ੀ ਖਲੋਤਾ ਰਹਿੰਦਾ, ਉਹਨੇ ਕੋਈ ਛਿੱਟ ਨਹੀਂ ਕਿਤੇ ਉੱਤੇ ਪੈਂਦੀ ਹੁੰਦੀ। ਇਸੇ ਤਰ੍ਹਾਂ ਸਤਿਗੁਰਾਂ ਦੀ ਦਇਆ ਦੀ ਬਰਸਾਤ ਤਾਂ ਹਮੇਸ਼ਾ ਹੁੰਦੀ ਰਹਿੰਦੀ ਹੈ, ਪਰ ਅਸੀਂ ਆਪਣੇ ਹੰਕਾਰ ਦਾ ਛਾਤਾ ਜਿਹੜਾ ਆ ਉਹਨਾਂ ਵੱਡਾ ਕੀਤਾ ਹੁੰਦਾ ਹੈ, ਸਾਡੇ ਤੋਂ ਦਇਆ ਵਾਲੀ ਤ੍ਰਿਪਤ ਨਹੀਂ ਕਿਤੇ ਪੈਂਦੀ। ਫਿਰ ਅਸੀਂ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲਾਤ ਲੈ ਕੇ ਅੱਗੇ ਪਿੱਛੇ ਹੁੰਦੇ ਰਹਿੰਦੇ। ਇਸ ਕਰਕੇ ਹਰ ਵਾਰੀ ਇੱਕੋ ਹੀ ਬੇਨਤੀ ਕਰੀਦੀ ਹੈ। ਸਤਿਗੁਰਾਂ ਦੇ ਬਾਅਦ ਪਹਿਲਾਂ ਵੀ ਪਿਛਲੇ ਜਿੰਨੇ ਵੀ ਵਚਨ ਆਏ ਸੀ ਕਿ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ, ਸੇਵਾ ਕਰੋ ਪ੍ਰੇਮ ਸੇ ਗੁਰੂ ਕੀ। ਮਤਲਬ ਕੀ ਹੈ ਕਿ ਮਾਣ ਵਡਿਆਈ ਨਾਲ ਨਹੀਂ, ਹੰਕਾਰ ਦੇ ਨਾਲ ਨਹੀਂ, ਪ੍ਰੇਮ ਦੇ ਨਾਲ ਸੇਵਾ ਹੋਣੀ। ਨਹੀਂ ਤੇ ਦੇਖੋ ਜਦੋਂ ਦਾ ਇਹ ਸਮਾਂ ਚੱਲ ਰਿਹਾ, ਜਦੋਂ ਦਾ ਹੁਣ ਬਾਹਰ ਕਰਫਿਊ ਲੋਕਡਾਊਨ ਜੋ ਵੀ ਚੱਲ ਰਿਹਾ ਹੈ, ਦੇਖੋ ਕਿਸ ਤਰ੍ਹਾਂ ਦਿਨ ਲੰਘਦੇ ਜਾਂਦੇ ਨੇ, ਕੋਈ ਪਤਾ ਲੱਗਦਾ ਝੱਟ ਇਸ ਤਰ੍ਹਾਂ ਕਿ 4 ਹਫ਼ਤਾ ਲੰਘ ਜਾਂਦਾ, ਐਤਵਾਰ ਆ ਜਾਂਦਾ ਹੈ, ਫਿਰ ਅਸੀਂ ਬੈਠਦੇ ਹਾਂ, ਸਤਸੰਗ ਸੁਣਦੇ ਹਾਂ, ਫਿਰ ਅਸੀਂ ਉਸ ਚੀਜ਼ਾਂ ਦੇ ਅੱਗੇ ਹੁੰਦੇ ਹਾਂ ਕਿ ਠੀਕ ਹੈ ਵੀ ਅੱਜ ਸਤਸੰਗ ਹੈ, ਅੱਜ ਸਤਸੰਗ ਦੇ ਵਾਸਤੇ ਤਿਆਰੀ ਕਰ ਰਹੇ ਹਾਂ। ਪਰ ਜਦੋਂ ਸਤਸੰਗ ਦੇ ਵਿੱਚੋਂ ਬਾਹਰ ਜਾਂਦੇ ਹਾਂ, ਫਿਰ ਉਹੀ ਜਿਸ ਤਰ੍ਹਾਂ ਕਹਿੰਦੇ ਉਹੀ ਸਾਡਾ ਮਨ ਦੀ ਹਾਲਤ ਸਾਰੀ।
ਉਦੋਂ ਕੋਈ ਫਾਇਦਾ ਹੀ ਨਹੀਂ ਕੋਈ ਉਸ ਚੀਜ਼ ਦਾ। ਅਸੀਂ ਕੋਈ ਸਤਸੰਗ ਦੇ ਵਿੱਚ ਕੋਈ ਵਿਖਾਵਾ ਕਰਨ ਵਾਸਤੇ ਨਹੀਂ ਆਉਣਾ। ਸਤਸੰਗ ਦੇ ਵਿੱਚ ਬੈਠਣਾ ਹੈ ਤੇ ਨੀਵੇਂ ਹੋ ਕੇ ਆਪਣੇ ਆਪ ਨੂੰ ਸਤਿਗੁਰਾਂ ਦੇ ਸ਼ਰਨ ਦੇ ਵਿੱਚ ਲੈ ਕੇ ਆਉਣਾ। ਜੇ ਅਸੀਂ ਉਸ ਤਰੀਕੇ ਦਾ ਨਹੀਂ ਚੱਲ ਰਹੇ ਤੇ ਫਿਰ ਉਹ ਜਿਸ ਤਰ੍ਹਾਂ ਕਿ ਕਹਿੰਦੇ ਨਾ ਕਿ ਭੇਡਾਂ ਚਾਲ ਦੀ ਤਰ੍ਹਾਂ, ਸਤਸੰਗ ਮਹਿਮਾ ਮੂਲ ਨਾ ਜਾਣੇ, ਭੇਡ ਚਾਲ ਮੈਂ ਨਿਤ ਬਚੇ। ਭੇਡ ਚਾਲ ਦੀ ਤਰ੍ਹਾਂ ਨਹੀਂ ਚੱਲਣਾ, ਸਤਿਗੁਰਾਂ ਦੀ ਉਸ ਦਇਆ ਪ੍ਰਾਪਤ ਕਰਨ ਵਾਸਤੇ, ਕਿਰਪਾ ਪ੍ਰਾਪਤ ਕਰਨ ਵਾਸਤੇ। ਜਿਸ ਤਰ੍ਹਾਂ ਉਹਦੇ ਵਚਨ ਨੇ ਕਿ ਇੱਕ ਹੀ ਵਚਨ ਸਤਸੰਗ ਦਾ ਸਾਨੂੰ ਸਮਝ ਲੱਗ ਗਿਆ, ਇੱਕ ਹੀ ਤੇ ਹੀ ਇਹਦੀ ਵਚਨ ਤੇ ਚੱਲ ਪਏ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਪਲਟ ਕੇ ਜਾਏਗੀ ਸਾਡੀ। ਪਰ ਜੇ ਅਸੀਂ ਹਜ਼ਾਰਾਂ ਸਤਸੰਗ ਸੁਣ ਲੈਂਦੇ ਹਾਂ ਤੇ ਚੱਲਦੇ ਮੰਨਦੇ ਕੋਈ ਨਹੀਂ ਹੈ ਕਿਸੇ ਤਰ੍ਹਾਂ ਦਾ, ਤੇ ਜੀਵਨ 'ਚ ਬਦਲਾਵ ਨਹੀਂ ਆਏਗਾ ਕੋਈ। ਸਤਿਗੁਰ ਦਇਆ ਕਿਰਪਾ ਕਰਨ, ਅਸੀਂ ਵੀ ਕੋਸ਼ਿਸ਼ ਕਰੀਏ ਕਿ ਜੋ ਸਤਿਗੁਰਾਂ ਦੇ ਵਚਨ ਨੇ ਅਸੀਂ ਉਹਨਾਂ ਤੇ ਆਪਣੇ ਸੋਚਾਂ ਵਿਚਾਰਾਂ, ਆਪਣਾ ਗਿਆਨ ਧਿਆਨ ਛੱਡ ਕੇ ਉਹਦੇ ਤੇ ਚੱਲੀਏ। ਆਪਣੇ ਮਨ ਦੀ ਜਿਹੜੀ ਆ ਉਹਨੂੰ ਨਾ ਅਸੀਂ ਅੱਗੇ ਖੋਲ ਕੇ ਰੱਖੀਏ ਕਿਤਾਬ, ਜੋ ਵੀ, ਕਿਉਂਕਿ ਸਤਿਗੁਰਾਂ ਦੀ ਦਇਆ ਕਿਰਪਾ ਕਹਿ ਲਈਏ, ਉਹ ਅੰਮ੍ਰਿਤ ਦਾ ਜਿਹੜਾ ਪ੍ਰਸ਼ਾਦ ਕਹਿ ਲਈਏ, ਉਹ ਕਾਹਦੇ 'ਚ ਪਏਗਾ ਜੇ ਸਾਡੇ ਭਾਂਡੇ ਪਹਿਲਾਂ ਹੀ ਭਰੇ ਪਏ ਨੇ। ਜੇ ਸਾਡਾ ਭਾਂਡਾ ਪਹਿਲਾਂ ਹੀ ਫੁੱਲੇ ਤੇ ਉਹ ਦਇਆ ਦਾ ਪ੍ਰਸ਼ਾਦ ਕਿੱਥੇ ਪਏਗਾ? ਉਹ ਦਇਆ ਨੂੰ ਪ੍ਰਾਪਤ ਕਰਨ ਵਾਸਤੇ ਭਾਂਡਾ ਖਾਲੀ ਹੋਣਾ ਚਾਹੀਦਾ। ਤੇ ਆਪਣੇ ਗਿਆਨ ਧਿਆਨ ਜੋ ਵੀ ਆਪਣੇ ਸਾਰੀਆਂ ਚੀਜ਼ਾਂ, ਉਹ ਜਿਸ ਤਰ੍ਹਾਂ ਉਹਨਾਂ ਨੇ ਫਰਮਾਇਆ ਕਿ ਗਿਆਨ ਧਿਆਨ ਕੁਛ ਕਰਨ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਇਸ ਚੀਜ਼ ਨੂੰ ਸਾਡਾ ਹਿਰਦਾ ਮਨਜ਼ੂਰ ਕਰੇ ਕਿ ਵਾਕਈ ਹੀ ਕਿ ਨਾ ਮੇਰੇ ਵਿੱਚ ਕੋਈ ਗਿਆਨ ਹੈ, ਨਾ ਮੇਰਾ ਕੋਈ ਐਸਾ ਕਰਮ ਹੀ ਸ਼ੋਭੇ, ਕੋਈ ਵੀ ਚੀਜ਼ ਨਹੀਂ ਹੈ। ਪਰ ਨਿਮਰਤਾ ਨਾਲ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੇ ਕਿ ਸਤਿਗੁਰ ਜੀ ਤੁਸੀਂ ਤਾਂ ਬੜੀ ਰਹਿਮਤਾਂ ਕਰਦੇ ਹੋ, ਦਇਆ ਕਰਦੇ ਹੋ, ਪਰ ਮੈਨੂੰ ਤੁਹਾਡੀ ਕੋਈ ਸਾਰ ਨਹੀਂ। ਫਿਰ ਹੱਥ ਜੋੜ ਕੇ ਬੇਨਤੀ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਇਸ ਕਾਲ ਤੋਂ ਮੇਰਾ ਪਿੱਛਾ ਛਡਾਓ, ਤੁਸੀਂ ਇਸ ਕਾਲ ਦੇ ਚੱਕਰ ਤੋਂ ਮੈਨੂੰ ਬਚਾਓ, ਤੁਸੀਂ ਹੀ ਦਇਆ ਕਰਕੇ ਮੈਨੂੰ ਇਹ ਤੋਂ ਬਚਾ ਸਕਦੇ ਹੋ, ਮੇਰੇ ਵਿੱਚ ਕੋਈ ਬਲ ਨਹੀਂ। ਤੇ ਫਿਰ ਕੋਈ ਵੀ ਜਿਹੜਾ ਉਹਦੀ ਸ਼ਰਨ 'ਚ ਆ ਜਾਂਦਾ ਹੈ ਉਹ ਸੰਭਾਲ ਕਰਦੇ ਨੇ ਕਿਸੇ ਤਰ੍ਹਾਂ ਦਾ। ਸਤਿਗੁਰ ਦਇਆ ਕਿਰਪਾ ਕਰਨ, ਸਾਰੇ ਸੰਗਤ ਦੀ ਜੋ ਵੀ ਭਾਵੇਂ ਨਹੀਂ ਵੀ ਆਪ ਪਾ ਰਹੇ, ਕਿਸੇ ਮਜਬੂਰੀ ਕਾਰਨ ਦਰਬਾਰ 'ਚ ਜਿੱਥੇ ਜਿੱਥੇ ਵੀ ਬੈਠੇ ਸਤਸੰਗ ਸੁਣ ਰਹੇ ਨੇ, ਸਭ ਦੀ ਹਾਜ਼ਰੀ ਮਨਜ਼ੂਰ ਕਰਨ, ਸਭ ਤੇ ਦਇਆ ਕਿਰਪਾ ਹਮੇਸ਼ਾ ਬਣਾਈ ਰੱਖਣ। ਹਮੇਸ਼ਾ ਸਤਿਗੁਰਾਂ ਦਾ ਜਿਹੜਾ ਪਿਆਰ ਭਰੋਸਾ ਵਾ ਸਾਡੇ ਅੰਦਰ ਬਣਿਆ ਰਵੇ। ਸਤਿਗੁਰਾਂ ਦੇ ਦਰਸ਼ਨ ਦੀਦਾਰ ਜਿਹੜੇ ਆ ਸਾਨੂੰ ਹੁੰਦੇ ਰਹਿਣ। ਰਾਧਾ ਸੁਆਮੀ ਜੀ, ਰਾਧਾ।